ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਰਸ਼ਵਿੰਦਰ ਤੁਹਾਡਾ ਸਾਰਿਆਂ ਦਾ ਇੰਪੈਕਟ ਐਜੂਕੇਸ਼ਨ ਦੇ ਔਨਲਾਈਨ ਪਲੇਟਫਾਰਮ ਦੇ ਉੱਤੇ ਸਵਾਗਤ ਕਰਦਾ। ਸੋ ਅੱਜ ਆਪਾਂ ਜੋ ਡਿਸਕਸ ਕਰਨ ਜਾ ਰਹੇ ਹਾਂ ਆਪਣੀ ਭਾਰਤੀ ਸੰਵਿਧਾਨ ਯਾਨੀ ਕਿ ਇੰਡੀਅਨ ਪੋਲਿਟੀ ਦੇ MCQs ਨੂੰ ਲੈ ਕੇ ਆਪਣਾ ਤੀਸਰਾ ਲੈਕਚਰ ਅੱਜ। ਸੋ ਅੱਜ ਦਾ ਜਿਹੜਾ ਆਪਣਾ ਮੇਨ ਦਾਇਰਾ ਰਹਿਣਾ ਹੈ ਅੱਜ ਦੇ ਲੈਕਚਰ ਦਾ, ਉਹ ਕੀ ਰਹਿਣਾ ਜੀ? ਉਹ ਰਹਿਣਾ ਸਾਡਾ ਪ੍ਰੀਐਂਬਲ ਦੇ ਆਲੇ ਦੁਆਲੇ, ਜਾਂ ਆਪਾਂ ਕਹਿ ਲਈਏ ਪ੍ਰਸਤਾਵਨਾ ਦੇ ਆਲੇ ਦੁਆਲੇ। ਤਾਂ ਸਭ ਤੋਂ ਪਹਿਲਾ ਏਜੰਡਾ ਤਾਂ ਤੁਹਾਡਾ ਇਹੀ ਹੋਵੇ ਕਿ ਤੁਸੀਂ ਪ੍ਰੀਐਂਬਲ ਨੂੰ ਬਹੁਤ ਚੰਗੀ ਤਰ੍ਹਾਂ ਪੜ੍ਹਿਆ ਹੋਵੇ। ਠੀਕ ਹੈ, ਪ੍ਰੀਐਂਬਲ ਦੀ ਕੱਲੀ ਕੱਲੀ ਲਾਈਨ, ਠੀਕ ਹੈ, ਉਹ ਬਹੁਤ ਚੰਗੀ ਤਰ੍ਹਾਂ ਆਪਾਂ ਨੂੰ ਕੱਲੀ ਕੱਲੀ ਲਾਈਨ ਪਤਾ ਹੋਣੀ ਚਾਹੀਦੀ ਹੈ ਕਿ ਪ੍ਰੀਐਂਬਲ 'ਚ ਕੀ ਲਿਖਿਆ ਹੋਇਆ ਕੀ ਨਹੀਂ ਲਿਖਿਆ ਹੋਇਆ। ਤਾਂ ਕਿਉਂਕਿ ਉਹਦੇ ਵਿੱਚੋਂ ਹੀ ਪ੍ਰੀਐਂਬਲ ਨੂੰ ਲੈ ਕੇ ਮੈਕਸਿਮਮ ਸਵਾਲ ਬਣਦੇ ਨੇ। ਹੁਣ ਆਪਾਂ ਸ਼ੁਰੂ ਕਰਦੇ ਹਾਂ ਆਪਣੀ ਅੱਜ ਦੀ ਡਿਸਕਸ਼ਨ। ਤਾਂ ਸਭ ਤੋਂ ਪਹਿਲਾਂ ਪਹਿਲੇ ਕੁਐਸਚਨ ਨੂੰ ਲੈਂਦੇ ਹਾਂ ਅੱਜ ਦੇ ਨੂੰ ਆਪਾਂ। ਕੀ ਆਪਣਾ ਪਹਿਲਾ ਕੁਐਸਚਨ? ਇੱਕ ਗੱਲ ਹੋਰ ਹੈ ਕਿ ਇਹਦੇ ਵਿੱਚ ਇਕੱਲਾ ਪ੍ਰੀਐਂਬਲ ਨਹੀਂ, ਇਸ ਲੈਕਚਰ ਦੇ ਵਿੱਚ ਫੀਚਰਸ ਵੀ ਡਿਸਕਸ ਕਰਾਂਗੇ। ਮਤਲਬ ਕੁਛ ਕੁ ਪ੍ਰੋਪਰਟੀਜ਼ ਜਾਂ ਫੀਚਰਸ ਕਹਿ ਲਓ ਕਿ ਜਿਹੜੀਆਂ ਖਾਸ ਵਿਸ਼ੇਸ਼ਤਾਵਾਂ ਨੇ ਸੰਵਿਧਾਨ ਦੀਆਂ। ਪਾਰਲੀਮੈਂਟਰੀ ਸਿਸਟਮ ਹੈ ਸਾਡਾ, ਜਾਂ ਫਿਰ ਸਾਡਾ ਜਿਹੜਾ ਹੈਗਾ ਪ੍ਰੈਜ਼ੀਡੈਂਸ਼ੀਅਲ ਸਿਸਟਮ ਹੈ, ਕਿਹੜਾ ਸਿਸਟਮ ਹੈ, ਇਹੋ ਜਿਹੇ ਕੁਛ ਸਵਾਲ ਵੀ ਇਹਦੇ ਵਿੱਚ ਆਪਣੇ ਕੋਲੇ ਐਡਡ ਹੋਣਗੇ ਅੱਜ ਦੇ ਇਸ ਲੈਕਚਰ ਦੇ ਵਿੱਚ। ਸੋ ਪਹਿਲਾ ਸਵਾਲ ਸਾਡੇ ਕੋਲੇ ਕੀ ਕਹਿੰਦਾ ਹੈ? ਕਹਿੰਦਾ ਵਾਟ ਵਾਜ਼ ਦਾ ਐਗਜ਼ੈਕਟ ਕੰਸਟੀਟਿਊਸ਼ਨਲ ਸਟੇਟਸ ਆਫ ਇੰਡੀਅਨ ਰਿਪਬਲਿਕ ਔਨ 26 ਜਨਵਰੀ 1950 ਵੈਨ ਕੌਨਸਟੀਟਿਊਸ਼ਨ ਕੇਮ ਇਨਟੂ ਫੋਰਸ। ਜਦੋਂ ਕੌਨਸਟੀਟਿਊਸ਼ਨ ਫੋਰਸ ਦੇ ਵਿੱਚ ਆਇਆ ਸੀ, ਜਦੋਂ ਸੰਵਿਧਾਨ ਲਾਗੂ ਕੀਤਾ ਗਿਆ ਸੀ, ਉਸ ਟਾਈਮ 'ਤੇ ਜਿਹੜਾ ਸਾਡਾ ਭਾਰਤੀ ਗਣਰਾਜ ਹੈ ਇਹਦੀ ਕੀ ਸਥਿਤੀ ਸੀ? ਆਹ ਕਲੀਅਰ ਕਰੋ। ਮੋਟੀ ਮੋਟੀ ਗੱਲ ਪਤਾ ਕੀ ਹੈ? ਜਿਵੇਂ ਹੁਣ ਇੱਥੇ ਲਿਖਿਆ ਹੋਇਆ ਤੁਹਾਡੇ ਕੋਲੇ, ਡੈਮੋਕ੍ਰੇਟਿਕ ਰਿਪਬਲਿਕ ਸੀ ਇਕੱਲਾ ਸਾਡਾ ਭਾਰਤ, ਜਾਂ ਸੋਵਰਨ ਵੀ ਸੀ, ਡੈਮੋਕ੍ਰੇਟਿਕ ਵੀ ਸੀ, ਰਿਪਬਲਿਕ ਵੀ ਸੀ, ਜਾਂ ਫਿਰ ਸੋਵਰਨ, ਸੈਕੂਲਰ, ਡੈਮੋਕ੍ਰੇਟਿਕ, ਰਿਪਬਲਿਕ ਚਾਰੇ ਚੀਜ਼ਾਂ ਸੀ, ਜਾਂ ਫਿਰ ਪੰਜੋ ਚੀਜ਼ਾਂ ਸੀ ਕਿ ਸੋਵਰਨ ਵੀ ਸੀ, ਸੋਸ਼ਲਿਸਟ ਵੀ ਸੀ, ਸੈਕੂਲਰ ਵੀ ਸੀ, ਡੈਮੋਕ੍ਰੇਟਿਕ ਵੀ ਸੀ ਅਤੇ ਰਿਪਬਲਿਕ ਵੀ ਸੀ। ਇਹ ਪੁੱਛਿਆ। ਹੁਣ ਇੱਕ ਗੱਲ ਆਪਾਂ ਨੂੰ ਬੜੀ ਕਲੀਅਰ ਪਤਾ ਹੋਣੀ ਚਾਹੀਦੀ ਹੈ। ਅੱਜ ਤੱਕ ਜਿਹੜਾ ਪ੍ਰੀਐਂਬਲ ਹੈ ਯਾਨੀ ਕਿ ਪ੍ਰਸਤਾਵਨਾ ਹੈ, ਉਹਦੇ ਵਿੱਚ ਇੱਕੋ ਵਾਰ ਸੋਧ ਕੀਤੀ ਗਈ ਹੈ। ਉਹ ਕੀਤੀ ਗਈ ਸੀ 1976 ਦੇ ਵਿੱਚ, ਅਤੇ ਸੋਧ ਕਿੰਨਵੀਂ ਸੀ? ਉਹ 42ਵੀਂ ਸੋਧ ਸੀ। ਉਹਦੇ ਤਹਿਤ ਉਹਦੇ ਵਿੱਚ 3 ਚੀਜ਼ਾਂ ਜੋੜੀਆਂ ਗਈਆਂ ਸੀ, 3 ਟਰਮਜ਼ ਉਹਦੇ ਵਿੱਚ ਜੋੜੀਆਂ ਗਈਆਂ ਸੀ। ਅਤੇ ਜਿਹਨੂੰ ਉਹ 3 ਟਰਮਜ਼ ਦਾ ਪਤਾ, ਉਹੀ ਇਹਦਾ ਸਹੀ ਆਨਸਰ ਕੱਢ ਸਕਦਾ ਹੈ। ਉਹ ਕਿਹੜੀਆਂ ਟਰਮ ਸੀਗੀਆਂ? S 'ਤੇ ਸੀਗਾ ਸੋਸ਼ਲਿਸਟ, S 'ਤੇ ਸੀਗਾ ਸਾਡੇ ਕੋਲ ਸੈਕੂਲਰ, ਅਤੇ I 'ਤੇ ਸੀਗਾ ਇੰਟੀਗ੍ਰਿਟੀ। ਠੀਕ ਹੈ, ਮਤਲਬ ਕੀ ਬਣਿਆ ਇਹਦਾ? ਇਹਦਾ ਮਤਲਬ ਇਹ ਬਣਿਆ, ਸੋਸ਼ਲਿਸਟ ਦਾ ਮਤਲਬ ਹੁੰਦਾ ਸਮਾਜਵਾਦ, ਸੈਕੂਲਰ ਦਾ ਮਤਲਬ ਹੁੰਦਾ ਕਿ ਧਰਮ ਨਿਰਪੱਖ ਹੈ ਬਿਲਕੁਲ, ਅਤੇ ਇੰਟੀਗ੍ਰਿਟੀ ਦਾ ਆਪਾਂ ਨੂੰ ਪਤਾ ਹੀ ਹੈ ਕਿ ਠੀਕ ਹੈ ਵੀ ਇੰਟੀਗ੍ਰੇਟ ਹੋਣਾ, ਸਾਰਾ ਦਾ ਇਕੱਠਾ ਹੋਣਾ, ਤਾਂ ਉਹਨੂੰ ਆਪਾਂ ਇੰਟੀਗ੍ਰਿਟੀ ਬੋਲ ਦਿੰਦੇ ਹਾਂ। ਤਾਂ ਬੇਸਿਕਲੀ ਇਹਨਾਂ ਦੇ ਪਹਿਲਾਂ ਸਾਨੂੰ ਸਾਰਿਆਂ ਦੇ ਪੰਜਾਬੀ ਮੀਨਿੰਗ ਵੀ ਪਤਾ ਹੋਣ, ਕਿਉਂਕਿ ਪੰਜਾਬੀ ਮੀਨਿੰਗ ਵੀ ਪੁੱਛੇ ਜਾ ਸਕਦੇ ਆ ਤੁਹਾਨੂੰ, ਜਿਹਦੇ ਵਿੱਚ ਆਪਾਂ ਗੱਲ ਕਰਦੇ ਹਾਂ ਕਿ ਅੰਗਰੇਜ਼ੀ ਤੋਂ ਪੰਜਾਬੀ ਕਨਵਰਟ ਕਰੋ। ਤਾਂ ਡੈਮੋਕ੍ਰੇਟਿਕ ਦਾ ਮਤਲਬ ਹੁੰਦਾ ਲੋਕਤੰਤਰ, ਰਿਪਬਲਿਕ ਹੋਣ ਦਾ ਮਤਲਬ ਹੁੰਦਾ ਗਣਤੰਤਰ ਜਾਂ ਗਣਰਾਜ ਕਹਿ ਸਕਦੇ ਹੋ, ਅਤੇ ਸੋਵਰਨ ਹੋਣਾ ਮਤਲਬ ਹੁੰਦਾ ਪ੍ਰਭੂ ਸੱਤਾ। ਸੋਵਰਨ ਦਾ ਮਤਲਬ ਸਮਝਦੇ ਹੋ? ਮਤਲਬ ਵੀ ਮੈਂ ਆਪਣੇ ਫੈਸਲੇ ਲੈਣ ਲਈ ਆਜ਼ਾਦ ਹਾਂ, ਕਿਸੇ ਦੇ ਉੱਤੇ ਨਿਰਭਰ ਨਹੀਂ ਹਾਂ। ਜਿਵੇਂ ਪਹਿਲਾਂ ਸਾਡੇ ਉੱਤੇ ਜਦੋਂ ਬ੍ਰਿਟਿਸ਼ ਦਾ ਰਾਜ ਸੀ, ਤਾਂ ਅਸੀਂ ਬ੍ਰਿਟਿਸ਼ ਦੇ ਹਿਸਾਬ ਨਾਲ ਫੈਸਲੇ ਸਾਨੂੰ ਕਰਨੇ ਪੈਂਦੇ ਸੀ। ਪਰ ਹੁਣ ਅਸੀਂ ਆਪਣਾ ਦੇਸ਼ ਮੁਲਕ ਆਜ਼ਾਦ ਹੈ, ਅਸੀਂ ਆਪਣੀ ਮਰਜ਼ੀ ਨਾਲ ਆਪਣੇ ਫੈਸਲੇ ਕਰਦੇ ਹਾਂ। ਅਸੀਂ ਰੂਸ ਅਤੇ ਯੂਕਰੇਨ ਦੇ ਯੁੱਧ ਦੇ ਵਿੱਚ ਰੂਸ ਦੀ ਮਦਦ ਕਰਨੀ ਹੈ ਕਿ ਯੂਕਰੇਨ ਦੀ ਮਦਦ ਕਰਨੀ ਹੈ, ਜਾਂ ਕਿਸੇ ਦੀ ਵੀ ਮਦਦ ਨਹੀਂ ਕਰਨੀ, ਇਹਦੇ ਲਈ ਸਾਨੂੰ ਕਿਸੇ ਦੂਜੇ ਬੰਦੇ ਨੂੰ ਪੁੱਛਣ ਦੀ ਲੋੜ ਨਹੀਂ। ਸਾਡੀ ਆਪਦੀ ਇੱਕ ਫੋਰਨ ਪੋਲਿਸੀ ਹੈ ਜਿਹਦੇ ਆਧਾਰ 'ਤੇ ਅਸੀਂ ਇਹ ਫੈਸਲੇ ਲੈ ਰਹੇ ਹਾਂ। ਇਹ ਹੈ ਸਾਡੀ ਸੋਵਰਨਿਟੀ, ਇਹ ਹੈ ਸਾਡੀ ਪ੍ਰਭੂ ਸੱਤਾ, ਜਿਹੜੀ ਪ੍ਰਭੂ ਸੱਤਾ ਨੂੰ ਦਿਖਾਉਂਦੀ ਹੈ। ਠੀਕ ਹੈ, ਤਾਂ ਜੇ 3 ਸ਼ਬਦ ਜੁੜੇ ਨੇ, ਇਹਦਾ ਮਤਲਬ ਜਿੱਥੇ ਵੀ ਤੁਹਾਡੇ ਕੋਲ ਸੋਸ਼ਲਿਸਟ, ਸੈਕੂਲਰ ਅਤੇ ਇੰਟੀਗ੍ਰਿਟੀ ਆਉਂਦੀ ਹੈ। ਹੁਣ ਸੋਸ਼ਲਿਸਟ ਸ਼ਬਦ ਕਿਵੇਂ ਜੁੜਦਾ ਹੈ? ਸੋਸ਼ਲਿਸਟ ਦਾ ਮਤਲਬ ਹੁੰਦਾ ਸਮਾਜਵਾਦ। ਸਮਾਜਵਾਦ ਇਵੇਂ ਜੁੜਦਾ ਕਿ ਜਦੋਂ ਸਾਡੀ ਬੇਸਿਕਲੀ ਲੜਾਈ ਲੱਗਦੀ ਹੈ, 71 ਵਾਲੀ ਲੜਾਈ ਹੋਈ ਸੀ ਜੇ ਤੁਹਾਨੂੰ ਯਾਦ ਹੋਵੇ। ਠੀਕ ਹੈ, ਉਸ ਟਾਈਮ ਦੇ ਉੱਤੇ ਪਾਕਿਸਤਾਨ ਨਾਲ ਜਦੋਂ ਲੜਾਈ ਹੁੰਦੀ ਹੈ, ਯੁੱਧ ਹੁੰਦਾ ਭਾਰਤ ਦਾ, ਤਾਂ ਅਮੈਰੀਕਾ ਜਿਹੜਾ ਸੀਗਾ, USA ਸੀਗਾ, ਉਹ ਸਾਥ ਦੇ ਰਿਹਾ ਸੀਗਾ ਕਿਸ ਦਾ? ਰੂਸ ਦਾ। ਅਤੇ ਉਸ ਟਾਈਮ ਦੇ ਉੱਤੇ ਰੂਸ, ਜਦੋਂ ਅਮੈਰੀਕਾ ਸਾਥ ਦੇ ਰਿਹਾ ਸੀ ਪਾਕਿਸਤਾਨ ਦਾ, ਤਾਂ ਅਮੈਰੀਕਾ ਨੇ ਆਪਦਾ ਇੱਕ ਸ਼ਿਪ, ਲੜਾਕੂ ਜਿਹੜੇ ਸ਼ਿਪ ਸੀਗੇ, ਜਹਾਜ਼ ਸੀ ਪਾਣੀ ਵਾਲਾ, ਸਮੁੰਦਰੀ ਜਹਾਜ਼, ਉਹ ਸਾਡੇ ਇੱਥੇ ਜਹਾਜ਼ ਨਹੀਂ ਸੀ, ਬੇਸਿਕਲੀ ਤਾਂ ਏਅਰਕ੍ਰਾਫਟ ਕੈਰੀਅਰ ਸੀ, ਪਰ ਮੈਂ ਇੱਥੇ ਉਹਨੂੰ ਕਿਸੇ ਸਮਝਾਉਂਦਾ ਫਿਰੂੰਗਾ, ਬਸ ਐਂ ਸਮਝ ਲਓ ਕਿ ਸ਼ਿਪ ਹੀ ਸੀਗਾ। ਤਾਂ ਉਹ ਪਾਣੀ 'ਚ ਇੱਥੇ ਸਾਡੇ ਇੰਡੀਅਨ ਓਸ਼ਨ 'ਚ ਭੇਜਤਾ ਸੀਗਾ ਪਾਕਿਸਤਾਨ ਦੀ ਸਪੋਰਟ 'ਤੇ, ਅਤੇ ਉਹਦੇ ਅਗੇਂਸਟ ਭਾਰਤ ਦੀ ਮਦਦ ਲਈ ਅਮਰੀਕਾ ਦੇ ਖਿਲਾਫ ਆਪਦਾ ਇੱਕ ਸ਼ਿਪ ਰੂਸ ਨੇ ਉਤਾਰਤਾ ਸੀ। ਮਤਲਬ ਸਿੱਧਾ ਸਮਰਥਨ ਦਿਖਾਇਆ ਸੀ
ਅਤੇ ਜਿਹਦਾ ਬਦਲਾ ਅੱਜ ਤੱਕ ਭਾਰਤ ਭੁੱਲਦਾ ਨਹੀਂ ਹੈਗਾ, ਹਮੇਸ਼ਾ ਰੂਸ ਦੇ ਨਾਲ ਖੜਾ ਹੁੰਦਾ ਅਤੇ ਖੜਨਾ ਵੀ ਚਾਹੀਦਾ। ਅਤੇ ਉਸ ਟਾਈਮ ਦੇ ਉੱਤੇ ਜੇ ਆਪਾਂ ਜਾਣੀਏ ਇੱਕ ਗੱਲ ਨੂੰ, ਇੱਕ ਸਾਡੇ ਕੋਲੇ ਹੁੰਦਾ ਕੈਪੀਟਲਿਜ਼ਮ, ਜਿਹਨੂੰ ਅਸੀਂ ਬੋਲ ਦਿੰਦੇ ਹਾਂ ਪੂੰਜੀਵਾਦ। ਪੂੰਜੀਵਾਦ ਦਾ ਮਤਲਬ ਹੁੰਦਾ ਕਿ ਸਾਰੀ ਚੀਜ਼ ਓਪਨ ਮਾਰਕੀਟ ਹੈ, ਪ੍ਰਾਈਵੇਟ ਐਂਟੀਟੀਆਂ ਨੂੰ ਪੂਰੀ ਆਜ਼ਾਦੀ ਹੈ, ਆ ਕੇ ਤੁਸੀਂ ਮਤਲਬ ਵੱਡੀਆਂ ਵੱਡੀਆਂ ਸਾਡੀਆਂ ਜਿਹੜੀਆਂ ਹੁਣ ਜਿਵੇਂ ਸਰਕਾਰੀ ਸੰਸਥਾਵਾਂ ਨੇ ਉਹ ਵੀ ਪ੍ਰਾਈਵੇਟ ਹੋਣ, ਹਰ ਚੀਜ਼ ਪ੍ਰਾਈਵੇਟ ਦੇ ਹੱਥ 'ਚ ਫੜਾਈ ਹੋਵੇ, ਤਾਂ ਕੈਪੀਟਲਿਜ਼ਮ ਪੂੰਜੀਵਾਦ। ਸੋਸ਼ਲਿਜ਼ਮ ਦਾ ਮਤਲਬ ਆ ਸਮਾਜਵਾਦ, ਸਾਰੀ ਚੀਜ਼ ਨੂੰ ਕੰਟਰੋਲ ਸਰਕਾਰ ਕਰਦੀ ਹੋਵੇ, ਉਹ ਸੋਸ਼ਲਿਜ਼ਮ ਵਾਲਾ ਮਾਡਲ ਹੁੰਦਾ। ਤਾਂ ਰੂਸ ਸੋਸ਼ਲਿਜ਼ਮ ਵਾਲੇ ਮਾਡਲ 'ਤੇ ਸੀ, ਅਮਰੀਕਾ ਕੈਪੀਟਲਿਜ਼ਮ 'ਤੇ ਸੀ। ਤਾਂ ਰੂਸ ਦੇ ਪੱਖ ਨੂੰ ਦਿਖਾਉਣ ਲਈ ਅਤੇ ਅਮਰੀਕਾ ਨੂੰ ਅੱਖਾਂ ਦਿਖਾਉਣ ਲਈ ਆਪਣੀ ਜਿਹੜੀ ਇੰਦਰਾ ਗਾਂਧੀ ਸੀ ਉਹਨੇ ਸਪੈਸ਼ਲੀ ਇਹ 42ਵੀਂ ਸੋਧ ਦੇ ਵਿੱਚ ਆ ਸੋਸ਼ਲਿਸਟ ਵਰਡ ਐਡ ਕਰਵਾਇਆ ਬੇਸਿਕਲੀ ਜਿਹੜਾ ਸੀਗਾ। ਤਾਂ ਇਹ ਵੀ ਸਾਨੂੰ ਇੱਥੋਂ ਫੰਡਾ ਯਾਦ ਰਹਿ ਸਕਦਾ। SSI ਜਿਹੜੇ 3 ਸ਼ਬਦ ਨੇ ਇਹ ਬਾਅਦ 'ਚ ਜੋੜੇ ਗਏ ਸੀ। ਆਹ ਜਿਹੜੇ ਸ਼ਬਦ ਨੇ ਸਾਡੇ ਕੋਲੇ ਸੋਵਰਨ ਹੋਣਾ, ਡੈਮੋਕ੍ਰੈਟਿਕ ਹੋਣਾ, ਰਿਪਬਲਿਕ ਹੋਣਾ, ਇਹ ਪਹਿਲਾਂ ਹੀ ਪ੍ਰੈਂਬਲ ਦੇ ਵਿੱਚ ਆਲਰੇਡੀ ਸੀਗੇ ਜਦੋਂ ਪ੍ਰੈਂਬਲ ਨੂੰ ਪ੍ਰਸਤਾਵਨਾ ਨੂੰ ਬਣਾਇਆ ਗਿਆ। ਇਸ ਕਰਕੇ ਇਹਦਾ ਸਹੀ ਆਨਸਰ B ਹੋ ਜਾਂਦਾ ਹੈ। ਅਗਲੇ ਸਵਾਲ 'ਤੇ ਮੂਵ ਕਰਦੇ ਹਾਂ। ਦੂਜਾ ਸਵਾਲ ਕੀ ਹੈ ਸਾਡੇ ਕੋਲੇ, ਦੇਖੋ ਦੂਜਾ ਕੁਐਸਚਨ ਹੈਗਾ, ਕਹਿੰਦਾ ਵਾਟ ਵਾਜ਼ ਦਾ ਐਗਜ਼ੈਕਟ ਕੰਸਟੀਟਿਊਸ਼ਨਲ ਸਟੇਟਸ ਔਨ 26। ਅੱਛਾ ਇਹ ਤਾਂ ਸੇਮ ਹੀ ਕੁਐਸਚਨ ਰਿਪੀਟ ਹੋ ਗਿਆ, ਚਲੋ ਕੋਈ ਗੱਲ ਨਹੀਂ, ਇੱਕ ਪਹਿਲੇ ਵਾਲਾ ਕੁਐਸਚਨ ਹੀ 2 ਵਾਰ ਲਿਖਿਆ ਗਿਆ ਤਾਂ ਕੋਈ ਇਸ਼ੂ ਨਹੀਂ ਹੈਗਾ। ਅੱਗੇ ਚੱਲਦੇ ਹਾਂ। ਬਾਏ ਵਿਚ ਨੇਮ ਇਜ਼ ਆਵਰ ਕੰਟਰੀ ਮੈਂਸ਼ਨਡ ਇਨ ਕੰਸਟੀਟਿਊਸ਼ਨ। ਤਾਂ ਇਸ ਗੱਲ ਦਾ ਜ਼ਿਕਰ ਆਰਟੀਕਲ 1 ਅਨੁਛੇਦ 1 ਜਿਹਦੇ 'ਚ ਲਿਖਿਆ ਇੰਡੀਆ ਦੈਟ ਇਜ਼ ਭਾਰਤ ਇਜ਼ ਯੂਨੀਅਨ ਆਫ ਸਟੇਟਸ, ਜੋ ਕਿ ਸੂਬਿਆਂ ਦਾ ਜਾਂ ਰਾਜਾਂ ਦਾ ਇੱਕ ਯੂਨੀਅਨ ਹੈ। ਇਹਦਾ ਮਤਲਬ ਉਹਦੇ ਵਿੱਚ ਭਾਰਤ ਦਾ ਜ਼ਿਕਰ ਵੀ ਹੈ, ਉਹਦੇ ਵਿੱਚ ਇੰਡੀਆ ਦਾ ਜ਼ਿਕਰ ਵੀ ਹੈ, ਦੋਨਾਂ ਦਾ ਜ਼ਿਕਰ ਆਉਂਦਾ। ਤਾਂ ਕਰਕੇ ਕਰੈਕਟ ਆਨਸਰ ਕੀ ਹੋ ਜਾਂਦਾ, ਇਹ ਹੋ ਜਾਂਦਾ ਹੈ। ਅਗਲੇ ਸਵਾਲ ਵੱਲ ਮੂਵ ਕਰਦੇ ਹਾਂ। ਵਿਚ ਅਮੰਗ ਦਾ ਫੋਲੋਇੰਗ ਇਜ਼ ਦੀ ਕਰੈਕਟ ਐਕਸਪ੍ਰੈਸ਼ਨ ਫॉर ਟਰਮ ਸੈਕੂਲਰ। ਸੈਕੂਲਰ ਹੋਣਾ ਤੁਹਾਨੂੰ ਮੈਂ ਆਲਰੇਡੀ ਦੱਸਤਾ, ਧਰਮ ਨਿਰਪੱਖ ਹੋਣਾ। ਮਤਲਬ ਧਰਮ ਨਿਰਪੱਖ ਹੋਣ ਦਾ ਮਤਲਬ ਇਹ ਨਹੀਂ ਹੈਗਾ ਕਿ ਤੁਸੀਂ ਬੋਲ ਦੇਵੋ ਕਿ ਸਾਡੇ ਸਟੇਟ ਅਸੀਂ ਹਿੰਦੂ ਰਾਸ਼ਟਰ ਹਾਂ, ਜਾਂ ਤੁਸੀਂ ਕਹਿ ਦੇਵੋ ਅਸੀਂ ਮੁਸਲਿਮ ਰਾਸ਼ਟਰ ਹਾਂ, ਜਾਂ ਅਸੀਂ ਯਹੂਦੀ ਰਾਸ਼ਟਰ ਹਾਂ। ਜਿਵੇਂ ਹੁਣ ਜੇ ਮੈਂ ਗੱਲ ਕਰ ਲਵਾਂ ਪਾਕਿਸਤਾਨ ਦੀ, ਪਾਕਿਸਤਾਨ ਨੇ ਆਪਣੇ ਸੰਵਿਧਾਨ 'ਚ ਹੀ ਲਿਖ ਰੱਖਿਆ ਕਿ ਪਾਕਿਸਤਾਨ ਇਜ਼ ਏ ਇਸਲਾਮਿਕ ਨੇਸ਼ਨ, ਪਾਕਿਸਤਾਨ ਹੈ ਕਿ ਇਸਲਾਮਿਕ ਕੰਟਰੀ ਹੈ। ਇਹਦਾ ਮਤਲਬ ਫਿਰ ਉਹ ਧਰਮ ਨਿਰਪੱਖ ਕਿਹੜੇ ਹਿਸਾਬ ਨਾਲ ਹੋਈ, ਉਹਨੂੰ ਤਾਂ ਧਰਮ ਨਿਰਪੱਖ ਕਹਿ ਹੀ ਨਹੀਂ ਸਕਦੇ। ਸਾਡੇ ਸੰਵਿਧਾਨ ਦੇ ਵਿੱਚ ਲਿਖਿਆ ਹੋਇਆ ਕਿ ਅਸੀਂ ਸਾਰੇ ਧਰਮਾਂ ਨੂੰ ਇੱਕੋ ਤਰੀਕੇ ਨਾਲ ਡੀਲ ਕਰਦੇ ਹਾਂ। ਹੁਣ ਇਹਦੇ ਵਿੱਚ ਜਿਹੜੀ ਸੈਕੂਲਰਿਜ਼ਮ ਹੈ, ਤੁਸੀਂ ਕਹਿ ਲਓ ਧਰਮ ਨਿਰਪੱਖਤਾ, ਇਹ ਪੋਜ਼ੀਟਿਵ ਨੈਗੇਟਿਵ ਐਂਗਲ ਤੋਂ ਹੋ ਸਕਦੀ ਹੈ। ਜਿਵੇਂ ਸਾਡੇ ਕਿਸ ਤਰ੍ਹਾਂ ਦੀ ਸੈਕੂਲਰਿਜ਼ਮ ਆ ਕਿ ਸਾਡੇ ਲਈ ਸਾਰੇ ਧਰਮ ਬਰਾਬਰ ਨੇ। ਜੇ ਭਾਈ ਸਾਡੇ ਜਿਹੜੇ ਸਿੱਖ ਨੇ ਉਹ ਕਹਿੰਦੇ ਨੇ ਅਸੀਂ ਨੇ ਨਗਰ ਕੀਰਤਨ ਕੱਢਣਾ, ਉਹਨਾਂ ਨੂੰ ਵੀ ਕੋਈ ਨਹੀਂ ਰੋਕਦਾ। ਜੇ ਹਿੰਦੂ ਭਰਾ ਨੇ ਉਹ ਕਹਿੰਦੇ ਨੇ ਜੇ ਅਸੀਂ ਨੇ ਰੱਥ ਯਾਤਰਾ ਕੱਢਣੀ ਹੈ ਜਾਂ ਕੁਛ ਹੋਰ ਇਹੋ ਜਿਹਾ ਇਵੈਂਟ ਆਪਣਾ ਕਰਨਾ ਹੈ ਤਾਂ ਉਹਨਾਂ ਨੂੰ ਕੋਈ ਮਨਾਹੀ ਨਹੀਂ। ਮੁਸਲਿਮ ਆਪਣਾ ਕੋਈ ਇਵੈਂਟ ਕਰਨਾ ਚਾਹੁੰਦੇ ਨੇ, ਉਹਨਾਂ ਨੂੰ ਕੋਈ ਮਨਾਹੀ ਨਹੀਂ। ਤਾਂ ਇਹ ਇੱਕ ਸੈਕੂਲਰਿਜ਼ਮ ਦੀ ਪਰਿਭਾਸ਼ਾ ਹੋ ਗਈ, ਸਮਝ ਗਏ। ਹੁਣ ਇਹਦੇ ਹਿਸਾਬ ਨਾਲ ਇਹਨਾਂ 'ਚੋਂ ਕਿਹੜਾ ਸਹੀ ਸਮੀਕਰਨ ਬਣਿਆ। ਇੰਡੀਆ 'ਚ ਬਹੁਤ ਸਾਰੇ ਧਰਮ ਨੇ, ਇਸ ਕਰਕੇ ਅਸੀਂ ਕਹਿੰਦੇ ਸੈਕੂਲਰਿਜ਼ਮ, ਇਹ ਤਾਂ ਕੋਈ ਗੱਲ ਨਾ ਬਣੀ। ਜਾਂ ਫਿਰ ਭਾਰਤ ਦੇ ਕੋਲੇ ਰਿਲੀਜੀਅਸ ਫਰੀਡਮ ਆ, ਯਾਨੀ ਕਿ ਕੋਈ ਵੀ ਧਰਮ ਅਪਣਾਉਣ ਦੀ ਆਜ਼ਾਦੀ ਹੈ ਭਾਰਤੀਆਂ ਨੂੰ, ਕਿ ਤੁਸੀਂ ਚਾਹੇ ਸਿੱਖ ਬਣੋ ਚਾਹੇ ਜੋ ਮਰਜ਼ੀ ਬਣੋ, ਕੋਈ ਚੱਕਰ ਨਹੀਂ ਹੈਗਾ। ਇਸ ਕਰਕੇ ਇਹਨੂੰ ਸੈਕੂਲਰ ਕਿਹਾ ਗਿਆ। ਨਹੀਂ, ਉਹ ਤਾਂ ਫਿਰ ਉਹ ਇੰਡੀਅਨਸ ਸੈਕੂਲਰ ਨੇ, ਭਾਰਤੀ ਦੇਸ਼ ਨੂੰ ਤਾਂ ਨਹੀਂ ਸੈਕੂਲਰ ਕਿਹਾ ਗਿਆ, ਹੈ ਨਾ, ਉਹਦੀ ਪਰਿਭਾਸ਼ਾ ਤਾਂ ਨਾ ਹੋਈ। ਅੱਗੇ ਫੋਲੋਇੰਗ ਦਾ ਰਿਲੀਜਨ ਡਿਪੈਂਡ ਅਪੋਨ ਦਾ ਵਿਲ ਆਫ ਇੰਡੀਵਿਜੂਅਲ, ਇਹ ਤਾਂ ਉਹ ਵਿਲ ਇੰਡੀਵਿਜੂਅਲ ਦੀ ਸੈਕੂਲਰਿਜ਼ਮ ਆ ਗਈ ਨਾ। ਦੇਸ਼ ਦੀ ਸੈਕੂਲਰਿਜ਼ਮ ਕਿੱਥੇ ਆਈ? ਦੇਸ਼ ਦੀ ਸੈਕੂਲਰਿਜ਼ਮ ਤਾਂ ਇੱਥੇ ਹੀ ਦਿਖਾਊਗੀ ਕਿ ਜਿਹੜੀ ਸਟੇਟ ਦਾ ਮਤਲਬ ਹੋ ਗਿਆ ਦੇਸ਼। ਦੇਖੋ ਸਟੇਟ ਦੀ ਡੈਫੀਨੇਸ਼ਨ ਵੱਖ-ਵੱਖ ਥਾਵਾਂ 'ਤੇ ਸੰਵਿਧਾਨ 'ਚ ਲਿਖੀ ਹੋਈ ਹੈ। ਜਿਵੇਂ ਆਰਟੀਕਲ 12 ਦੇ ਵਿੱਚ ਵੀ ਇਹਦਾ ਜ਼ਿਕਰ ਆਉਂਦਾ ਕਿ ਸਟੇਟ ਕੀ ਹੈ। ਸਟੇਟ ਸ਼ਬਦ ਕਿਸੇ ਪੂਰੇ ਸਾਡੇ ਦੇਸ਼ ਲਈ ਵੀ ਵਰਤਿਆ ਜਾ ਸਕਦਾ, ਸੂਬੇ ਲਈ ਵੀ ਵਰਤਿਆ ਜਾ ਸਕਦਾ, ਕਿਸੇ ਸਰਕਾਰੀ ਕੰਪਨੀ ਵਾਸਤੇ ਵੀ ਸਟੇਟ ਸ਼ਬਦ ਵਰਤਿਆ ਜਾ ਸਕਦਾ। ਤਾਂ ਸਟੇਟ ਦੀ ਪਰਿਭਾਸ਼ਾ ਆਪਣੇ ਆਪ ਦੇ ਵਿੱਚ ਬੜੀ ਵਾਈਡ ਜੀ ਪਰਿਭਾਸ਼ਾ ਗਈ। ਤਾਂ ਇੱਥੇ ਸਟੇਟ ਦਾ ਮਤਲਬ ਸੂਬਾ ਨਾ ਸਮਝ ਲਿਓ ਕਿ ਮੈਂ ਕਿਸੇ ਰਾਜ ਦੀ ਗੱਲ ਕਰ ਰਿਹਾ। ਨੋ, ਸਟੇਟ ਮਤਲਬ ਸਟੇਟ ਦੀ ਡੈਫੀਨੇਸ਼ਨ ਆਰਟੀਕਲ 12 ਦੇ ਅਨੁਛੇਦ 12 ਦੇ ਹਿਸਾਬ ਨਾਲ ਆਪਾਂ ਗੱਲ ਕਰਾਂਗੇ। ਇਹਦਾ ਮਤਲਬ ਦਾ ਕਰੈਕਟ ਆਨਸਰ ਫਿਰ ਕੀ ਬਣ ਗਿਆ? D ਬਣ ਗਿਆ ਮੇਰੇ ਕੋਲੇ। ਅੱਗੇ ਮੂਵ ਕਰਦੇ ਹਾਂ ਅਗਲੇ ਕੁਐਸਚਨ 'ਤੇ। ਨੈਕਸਟ ਕੁਐਸਚਨ ਹੈਗਾ ਸਾਡੇ ਕੋਲੇ, ਕਹਿੰਦਾ ਵਿਚ ਵਨ ਆਫ ਦਾ ਫੋਲੋਇੰਗ ਰਿਫਲੈਕਟ ਕਰ ਰਿਹਾ ਮੋਸਟ ਐਪਰੋਪਰੀਏਟ ਰਿਲੇਸ਼ਨਸ਼ਿਪ ਬਿਟਵੀਨ ਲਾਅ ਐਂਡ ਲਿਬਰਟੀ। ਮਤਲਬ ਕਾਨੂੰਨ ਅਤੇ ਆਜ਼ਾਦੀ ਦੋਹਾਂ ਦੇ ਵਿਚਕਾਰ ਢੁਕਵੇਂ ਸੰਬੰਧ ਨੂੰ ਕਿਹੜੀ ਸਟੇਟਮੈਂਟ ਦਰਸਾਉਂਦੀ ਹੈ? ਇਫ ਦੇਅਰ ਆਰ ਮੋਰ ਲਾਜ਼ ਦੇਅਰ ਇਜ਼ ਲੈਸ ਲਿਬਰਟੀ। ਜਿੰਨੇ ਜ਼ਿਆਦਾ ਲਾਅ ਹੋਣਗੇ ਉਨੀ ਹੀ ਲਿਬਰਟੀ, ਆਜ਼ਾਦੀ ਘਟੀ ਜਾਊਗੀ, ਪਹਿਲੀ ਗੱਲ। ਠੀਕ ਹੈ। ਦੂਜੀ ਗੱਲ, ਜੇ ਕੋਈ ਵੀ ਲਾਅ ਨਹੀਂ ਹੋਊਗਾ, ਕਾਨੂੰਨ ਨਹੀਂ ਹੋਊਗਾ, ਤਾਂ ਫਿਰ ਕੋਈ ਆਜ਼ਾਦੀ ਵੀ ਨਹੀਂ ਹੋਊਗੀ। ਜਾਂ ਇਹ ਗੱਲ ਸਹੀ ਢੁੱਕਦੀ ਹੈ?
ਤੀਜੀ ਗੱਲ, ਇਫ ਦੇਅਰ ਇਜ਼ ਲਿਬਰਟੀ, ਜੇ ਉੱਥੇ ਆਜ਼ਾਦੀ ਹੈ ਤਾਂ ਲਾਜ਼ ਹੈਵ ਟੂ ਬੀ ਮੇਡ ਬਾਈ ਪੀਪਲ, ਤਾਂ ਇਹਦਾ ਮਤਲਬ ਜਿਹੜੇ ਕਾਨੂੰਨ ਹੋਣਗੇ ਉਹ ਲੋਕਾਂ ਦੁਆਰਾ ਬਣਾਏ ਗਏ ਹੋਣਗੇ ਜੇ ਆਜ਼ਾਦੀ ਹੈ, ਕਿਉਂਕਿ ਉਹਨਾਂ ਨੇ ਆਪਣੀ ਆਜ਼ਾਦੀ ਦੇ ਹਿਸਾਬ ਨਾਲ ਕਾਨੂੰਨ ਬਣਾ ਲਏ ਹੋਣਗੇ। ਕੀ ਇਹ ਗੱਲ ਸਹੀ ਬੈਠਦੀ ਹੈ? ਜਾਂ ਇਫ ਲਾਜ਼ ਆਰ ਚੇਂਜਡ ਟੂ ਆਫਨ ਲਿਬਰਟੀ ਇਜ਼ ਇਨ ਡੇਂਜਰ, ਜੇ ਕਾਨੂੰਨ ਲਗਾਤਾਰ ਹਰ ਤੀਜੇ ਦਿਨ ਹੀ ਬਦਲਦੇ ਰਹਿਣਗੇ ਤਾਂ ਇਹਦਾ ਮਤਲਬ ਜਿਹੜੀ ਆਜ਼ਾਦੀ ਹੈ ਉਹ ਖਤਰੇ 'ਚ ਪੈ ਜਾਂਦੀ ਹੈ। ਇਹਨਾਂ 'ਚੋਂ ਕਿਹੜੀ ਗੱਲ ਤੁਹਾਨੂੰ, ਕਿਹੜੀ ਗੱਲ ਸੂਟੇਬਲ ਜੀ ਲੱਗ ਰਹੀ ਹੈ ਵੀ ਹਾਂ? ਤਾਂ ਇੱਥੇ ਜਿਹੜੀ ਮੇਨ ਗੱਲ ਕੀ ਹੈ, ਇੱਥੇ ਮੇਨ ਗੱਲ ਸਾਡੇ ਕੋਲ ਆਉਂਦੀ ਹੈ, ਜੇ ਕੋਈ ਲਾਅ ਕਾਨੂੰਨ ਨਹੀਂ ਹੋਣਗੇ ਤਾਂ ਆਜ਼ਾਦੀ ਵੀ ਨਹੀਂ ਹੋਊਗੀ। ਤਾਂ ਇਸ ਗੱਲ 'ਚ ਵੀ ਕੋਈ ਸ਼ੱਕ ਨਹੀਂ। ਮਨਾਰਕ ਹੋਣ ਦਾ ਕੀ ਮਤਲਬ ਹੈ? ਮਨਾਰਕ ਸ਼ਬਦ ਤੁਸੀਂ ਸੁਣਿਆ ਉਹ ਰਾਜੇ ਮਹਾਰਾਜਿਆਂ ਦੇ ਟਾਈਮ 'ਤੇ, ਉੱਥੇ ਕੀ ਚੀਜ਼ ਹੈ? ਜਿਵੇਂ ਹੁਣ ਆਪਾਂ ਗੱਲ ਕਰ ਲਈਏ ਰਾਜੇ ਮਹਾਰਾਜਾ ਹੀ ਸੀ, ਉਹਨਾਂ ਦੇ ਕਿਹੜੇ ਕੋਈ ਪੱਕੇ ਕਾਨੂੰਨ ਸੀਗੇ ਜਾਂ ਕੋਈ ਐਕਟ ਪਾਸ ਕਰੇ ਹੋਏ ਸੀਗੇ? ਸਭ ਤੋਂ ਉੱਪਰਲੀ ਸੁਪਰੀਮ ਕੋਰਟ ਤੋਂ ਵੀ ਉੱਪਰਲੀ ਨਿਆਏ ਵਾਲੀ ਬੋਡੀ ਕੌਣ ਸੀ? ਰਾਜਾ ਹੁੰਦਾ ਸੀ। ਰਾਜੇ ਦਾ ਜਿਵੇਂ ਦਾ ਮੂਡ ਆ ਉਵੇਂ ਦੇ ਰਾਜਾ ਫੈਸਲਾ ਸੁਣਾਉਂਦਾ ਸੀ। ਰਾਜੇ ਨੇ ਕਿਹੜਾ ਕੋਈ ਸੰਵਿਧਾਨ ਲਿਖਿਆ ਹੋਇਆ ਸੀ ਵੀ ਉਹਦੇ ਹਿਸਾਬ ਨਾਲ ਕਿਸੇ ਨੂੰ 5 ਸਾਲ ਦੀ ਸਜ਼ਾ ਜਾਂ ਕਿਸੇ ਦੇ ਕੌੜੇ ਮਾਰੇ ਜਾਣਗੇ, ਕਿਸੇ ਦਾ ਸਿਰ ਕੱਟਿਆ ਜਾਊਗਾ, ਇਹ ਗੱਲ ਦੱਸਣੀ ਸੀ? ਉਹਦੇ ਤਾਂ ਮੂਡ 'ਤੇ ਸੀਗਾ, ਜੇ ਮੂਡ ਚੰਗਾ ਗਾ ਤਾਂ ਛੱਡ ਵੀ ਦਊਗਾ, ਜੇ ਮਾੜਾ ਗਾ ਤਾਂ ਮਾੜੇ ਜਿਹੇ ਜੁਰਮ 'ਤੇ ਵੀ ਹੋ ਸਕਦਾ ਫਾਂਸੀ ਦੀ ਸਜ਼ਾ ਲਾ ਦਿੰਦਾ ਹੋਵੇ। ਤਾਂ ਜੇ ਲਾਅ ਹੀ ਨਹੀਂ ਹੋਊਗਾ, ਕਾਨੂੰਨ ਹੀ ਨਹੀਂ ਹੋਊਗਾ, ਤਾਂ ਫਿਰ ਆਜ਼ਾਦੀ ਵੀ ਹੋਣ ਦਾ ਮਤਲਬ ਨਹੀਂ ਉੱਥੇ ਕੋਈ ਆਜ਼ਾਦੀ ਹੋਊਗੀ। ਇਹ ਗੱਲ ਬਿਲਕੁਲ ਮਤਲਬ ਗੱਲਾਂ ਦਾ ਬਾਕੀ ਵੀ ਇਹ ਵੀ ਗੱਲ ਕਿਤੇ ਨਾ ਕਿਤੇ ਢੁੱਕਦੀ ਹੈ ਕਿ ਜੇ ਜ਼ਿਆਦਾ ਕਾਨੂੰਨ ਹੋਣਗੇ ਤਾਂ ਆਜ਼ਾਦੀ ਘੱਟ ਹੋਊਗੀ। ਪਰ ਮੈਂ ਤਾਂ ਮੋਸਟ ਐਪਰੋਪਰੀਏਟ ਆਪਸ਼ਨ ਲੱਭਣੀ ਆ ਨਾ ਸਟੇਟਮੈਂਟ, ਜਿਹੜੀ ਬਿਲਕੁਲ ਸਹੀ ਜਾਂ ਸੰਬੰਧ ਬਣਾਉਂਦੀ ਹੋਊਗੀ, ਸਭ ਤੋਂ ਸਹੀ ਰਿਫਲੈਕਟ ਕਰ ਰਹੀ ਹੋਊਗੀ ਇਸ ਚੀਜ਼ ਨੂੰ, ਰਿਲੇਸ਼ਨਸ਼ਿਪ ਨੂੰ, ਲਿਬਰਟੀ ਅਤੇ ਲਾਅ ਦੇ ਨੂੰ, ਤਾਂ ਸਭ ਤੋਂ ਸਹੀ ਬੀ ਹੀ ਮੇਰੇ ਕੋਲ ਸੰਬੰਧ ਦਿਖਾ ਪਾ ਰਹੀ ਹੈ। ਅੱਗੇ ਆ ਜਾਓ ਹੁਣ, ਵਿਚ ਵਨ ਆਫ ਦਾ ਫੋਲੋਇੰਗ ਆਬਜੈਕਟਿਵ ਇਜ਼ ਨਾਟ ਐਮਬੋਡਿਡ ਇਨ ਪ੍ਰੈਂਬਲ ਇਨ ਦਾ ਕੌਨਸਟੀਟਿਊਸ਼ਨ ਆਫ ਇੰਡੀਆ। ਦੇਖੋ ਸਾਡੇ ਕੋਲੇ ਲਿਬਰਟੀ ਨੂੰ ਲੈ ਕੇ ਗੱਲ ਹੁੰਦੀ ਹੈ, ਠੀਕ ਹੈ, ਆਜ਼ਾਦੀ। ਸੰਵਿਧਾਨ ਦੇ ਵਿੱਚ ਜਿਹੜਾ ਪ੍ਰੀਐਂਬਲ ਆ, ਪ੍ਰਸਤਾਵਨਾ, ਉਹਦੇ ਵਿੱਚ 5 ਤਰ੍ਹਾਂ ਦੀ ਆਜ਼ਾਦੀ ਦੀ ਗੱਲ ਕੀਤੀ ਗਈ ਹੈ, ਠੀਕ ਹੈ। ਉਹ 5 ਤਰ੍ਹਾਂ ਦੀ ਆਜ਼ਾਦੀ ਦੀ ਕਿਹੜੀ ਕਿਹੜੀ ਇਹਨਾਂ ਦੇ ਵਿੱਚੋਂ ਆਜ਼ਾਦੀ ਦੀ ਗੱਲ ਕੀਤੀ ਗਈ ਹੈ, ਜਾਂ ਕਿ ਇਹਨਾਂ ਨੇ ਇਹ ਪੁੱਛਿਆ ਵੀ ਇਹ ਸਵਾਲ ਦੇ ਵਿੱਚ ਜਿਹੜੇ ਦਿੱਤੇ ਹੋਏ ਨੇ ਉਹਨਾਂ 'ਚੋਂ ਕਿਹੜੀ ਆਜ਼ਾਦੀ ਨਹੀਂ ਹੈ? ਲਿਬਰਟੀ ਆਫ ਥਾਟ ਹੋ ਸਕਦੀ ਹੈ, ਲਿਬਰਟੀ ਆਫ ਐਕਸਪ੍ਰੈਸ਼ਨ ਹੋ ਸਕਦੀ ਹੈ, ਲਿਬਰਟੀ ਆਫ ਫੇਥ ਹੋ ਸਕਦਾ, ਲਿਬਰਟੀ ਆਫ ਬਿਲੀਫ ਹੋ ਸਕਦਾ, ਯਕੀਨ ਹੋ ਸਕਦਾ ਤੁਹਾਡਾ, ਠੀਕ ਹੈ। ਇੱਕ ਇਕੋਨਮਿਕ ਲਿਬਰਟੀ ਬਾਰੇ ਕੋਈ ਆਜ਼ਾਦੀ ਨਹੀਂ ਦਿੱਤੀ ਹੋਈ, ਮਤਲਬ ਤੁਹਾਨੂੰ ਆਰਥਿਕ ਤੌਰ 'ਤੇ ਕੋਈ ਆਜ਼ਾਦੀ ਹੋਵੇ, ਇਹੋ ਜਿਹੀ ਕਿਸੇ ਆਜ਼ਾਦੀ ਦਾ ਜ਼ਿਕਰ ਨਹੀਂ ਹੈਗਾ ਸਾਡੇ ਪ੍ਰਸਤਾਵਨਾ 'ਚ। ਇਸੇ ਕਰਕੇ ਮੈਂ ਕਿਹਾ ਕਿ ਜਿਹੜੀ ਪ੍ਰਸਤਾਵਨਾ ਹੈ ਨਾ ਉਹਨੂੰ ਚੰਗੀ ਤਰ੍ਹਾਂ ਪੜ੍ਹਨਾ। ਨਿਆਂ ਦੀ ਗੱਲ ਕਰ ਲਵਾਂ ਤਾਂ ਯਾਨੀ ਕਿ ਤੁਹਾਡਾ ਜਸਟਿਸ 3 ਤਰ੍ਹਾਂ ਦੀ ਜਸਟਿਸ ਦੀ ਗੱਲ ਕੀਤੀ ਗਈ ਹੈ ਕਿ ਬੰਦੇ ਨੂੰ ਤੁਸੀਂ ਨੇ ਸਮਾਜਿਕ ਜਸਟਿਸ, ਸੋਸ਼ਲ ਜਸਟਿਸ ਦੇਣਾ ਹੈ, ਅਤੇ ਦੂਜਾ ਉਹਨੂੰ ਤੁਸੀਂ ਨੇ ਜਿਹੜਾ ਜਸਟਿਸ ਦੇਣਾ ਰਾਜਨੀਤਿਕ ਜਸਟਿਸ ਦੇਣਾ ਇੱਕ ਤੁਸੀਂ ਨੇ, ਅਤੇ ਤੀਜਾ ਆਰਥਿਕ ਇਕਨੋਮਿਕ ਜਸਟਿਸ ਦੇਣਾ, ਠੀਕ ਹੈ, ਤੀਜਾ ਪੋਲੀਟੀਕਲ ਜਸਟਿਸ ਦੇਣਾ। ਆਹ 3 ਤਰ੍ਹਾਂ ਦੇ ਨਿਆਂ ਦੇਣ ਦੀ ਗੱਲ ਕੀਤੀ ਗਈ ਹੈ ਪ੍ਰਸਤਾਵਨਾ ਦੁਆਰਾ, ਅਤੇ 5 ਤਰ੍ਹਾਂ ਦੀ ਆਜ਼ਾਦੀ ਦੀ ਗੱਲ ਕੀਤੀ ਗਈ ਹੈ। ਅਤੇ ਜੇ ਮੈਂ ਗੱਲ ਕਰ ਲਵਾਂ ਇਕੁਐਲਿਟੀ ਦੀ, ਬਰਾਬਰਤਾ ਦੀ, ਤਾਂ 2 ਤਰ੍ਹਾਂ ਦੀ ਬਰਾਬਰਤਾ। ਇੱਕ ਬਰਾਬਰਤਾ ਕਿਹਦੀ ਗੱਲ ਕੀਤੀ ਗਈ ਹੈ ਕਿ ਸਟੇਟਸ, ਹਰ ਇੱਕ ਨੂੰ ਬਰਾਬਰ ਮੰਨਿਆ ਜਾਊਗਾ ਕਾਨੂੰਨ ਦੇ ਸਾਹਮਣੇ, ਕੋਈ ਐ ਨਹੀਂ ਹੋਊਗਾ ਕਿ ਅਮੀਰ ਹੈ ਤਾਂ ਉਹਦਾ ਸਟੇਟਸ ਹਾਈ ਹੈ, ਗਰੀਬ ਉਹਦਾ ਸਟੇਟਸ ਲੋ ਆ, ਨੋ। ਤੀਜੀ ਓਪਰਚੁਨਿਟੀ ਦੀ ਗੱਲ, ਓਪਰਚੁਨਿਟੀ ਮਤਲਬ ਮੌਕਾ ਦੇਣ ਦੀ ਗੱਲ। ਇਹ ਨਹੀਂ ਹੈਗਾ ਸਰਕਾਰੀ ਨੌਕਰੀਆਂ ਦੇ ਵਿੱਚ ਵੀ ਕੋਈ ਇਕੁਐਲਿਟੀ ਵਾਲਾ ਭੇਦਭਾਵ ਕੀਤਾ ਜਾਊਗਾ, ਬਿਲਕੁਲ ਨਹੀਂ। ਤਾਂ ਇਹ 2 ਤਰ੍ਹਾਂ ਦੀ ਇਕੁਐਲਿਟੀ ਦੀ ਗੱਲ ਕੀਤੀ ਗਈ ਹੈ, ਠੀਕ ਹੈ। ਫਿਰ ਫਰੈਟਰਨਿਟੀ ਦੀ ਗੱਲ ਆ ਜਾਂਦੀ ਹੈ, ਠੀਕ ਹੈ। ਫਰਟਰਨਿਟੀ ਦੇ ਕੇਸ ਦੇ ਵਿੱਚ ਵੀ ਗੱਲਾਂ ਸੰਵਿਧਾਨ ਲਿਖਦਾ ਇਹਦੇ ਵਿੱਚ ਪ੍ਰੀਐਂਬਲ ਦੇ ਵਿੱਚ। ਫਰਟਰਨਿਟੀ ਦੇ ਵਿੱਚ ਇੰਡੀਵਿਜੂਅਲ ਦੀ ਡਿਗਨਿਟੀ ਦੇਖੀ ਜਾਊਗੀ ਵੀ ਉਹਦੀ ਸ਼ਾਨ 'ਚ ਕੋਈ ਫਰਕ ਨਾ ਪਵੇ ਇਕੱਲੇ ਬੰਦੇ ਦੀ 'ਚ, ਅਤੇ ਇੱਕ ਦੂਸਰੀ ਗੱਲ ਸਾਡੇ ਦੇਸ਼ ਦੀ ਅਖੰਡਤਾ ਦੇਖੀ ਜਾਊਗੀ, ਠੀਕ ਹੈ, ਕਿ ਸਾਡੇ ਦੇਸ਼ ਦੀ ਅਖੰਡਤਾ ਦੇ ਉੱਤੇ ਵੀ ਕੋਈ ਪ੍ਰਭਾਵ ਨਹੀਂ ਪੈਣਾ ਚਾਹੀਦਾ। ਫਰਟਰਨਿਟੀ ਇਹ ਨਹੀਂ ਹੈਗਾ ਕਿ ਤੁਸੀਂ ਚੀਨ ਦੇ ਲੋਕਾਂ ਨਾਲ ਮਿੱਤਰਤਾ ਕਰਦੇ ਫਿਰੋ, ਠੀਕ ਹੈ, ਅਤੇ ਚੀਨ ਸਾਡਾ ਐਡਾ ਕੱਟੜ ਦੁਸ਼ਮਣ ਆ, ਉੱਥੇ ਫਿਰ ਮਿੱਤਰਤਾ ਕਿਸੇ ਕੰਮ ਦੀ ਨਹੀਂ, ਕਿਉਂਕਿ ਤੁਹਾਡੀ ਮਿੱਤਰਤਾ ਹੋ ਸਕਦੀ ਹੈ ਸਾਡੇ ਦੇਸ਼ ਦੀ ਅਖੰਡਤਾ ਦੇ ਉੱਤੇ ਖਤਰਾ ਬਣ ਰਹੀ ਹੋਵੇ, ਤਾਂ ਉਹ ਮਿੱਤਰਤਾ, ਜਿਵੇਂ ਬਹੁਤ ਸਾਰੇ ਗਰੁੱਪ ਇਹੋ ਜਿਹੇ ਹੈਗੇ ਆ ਨਾ ਜਿਹੜੇ ਨੌਰਥ ਈਸਟ ਦੇ ਵਿੱਚ ਐਕਟੀਵੇਟ ਨੇ, ਜਿਹੜੇ ਉੱਧਰੋਂ ਚੀਨ ਤੋਂ ਗਰਾਂਟਾਂ ਲੈਂਦੇ ਨੇ ਅਤੇ ਸਾਡੇ ਦੇਸ਼ ਦੇ ਵਿੱਚ ਸਾਡੇ ਦੇਸ਼ ਦੇ ਖਿਲਾਫ ਹੀ ਸਾਜ਼ਿਸ਼ ਰਚਦੇ ਨੇ, ਜਿਹਦੇ ਤਹਿਤ ਸਰਕਾਰ ਨੇ ਵੱਖਰੇ ਵੱਖਰੇ ਕਾਨੂੰਨ ਬਣਾ ਕੇ NGOਆਂ 'ਤੇ ਲਗਾਮ ਲਾਈ ਹੋਈ ਆ, ਜਿਹੜੇ ਇਹੋ ਜਿਹੇ NGO ਸੀ ਕਿ ਬਾਹਰੋਂ ਫੰਡਿੰਗ ਲੈ ਕੇ ਇੱਥੇ ਦੇਸ਼ ਦੇ ਵਿਰੁੱਧ ਗਤੀਵਿਧੀਆਂ ਕਰ ਰਹੇ ਸੀ। ਤਾਂ ਉਹ ਚੀਜ਼ਾਂ ਨੂੰ ਲੈ ਕੇ ਮਤਲਬ ਬਿਲਕੁਲ ਸਖਤ ਹੈ ਸਰਕਾਰ, ਇਹ ਗੱਲਾਂ ਦੇ ਵਿੱਚ ਲਿਖੀਆਂ ਹੋਈਆਂ ਨੇ। ਹੁਣ ਇੱਥੇ ਗੱਲ ਅਗਲੀ ਆ ਗਈ, ਕਈ ਬੰਦਿਆਂ ਨੇ ਨਾ, ਵੱਖਰੇ ਵੱਖਰੇ ਬੰਦਿਆਂ ਨੇ ਪ੍ਰੀਐਂਬਲ ਨੂੰ ਵੱਖਰੇ ਵੱਖਰੇ ਨਾਮ ਨਾਲ ਬੁਲਾਇਆ। ਕਿਸੇ ਨੇ ਕਿਹਾ ਕਿ ਇਹ ਸਾਡਾ ਹੋਰੋਸਕੋਪ ਹੈ, ਕਿਸੇ ਨੇ ਕਿਹਾ ਸਾਡੀ ਸੋਲ ਹੈ, ਜਿਵੇਂ ਵੀ ਜਿਹੜਾ ਇਹ ਹੈਗਾ ਇਹ ਤਾਂ ਸੋਲ ਹੈ ਯਾਨੀ ਕਿ ਸੰਵਿਧਾਨ ਦੀ। ਤਾਂ ਇਹ ਕਿਹਨੇ ਕਿਹਾ, ਫਲਾਣਾ ਕਿਹਨੇ ਕਿਹਾ, ਇੱਦਾਂ ਦੇ ਸਵਾਲ ਵੀ ਪੇਪਰ 'ਚ ਬਣਦੇ ਨੇ।
ਤਾਂ ਪ੍ਰੀਐਂਬਲ ਆਫ ਕਨਸਟੀਟਿਊਸ਼ਨ ਇਜ਼ ਦਾ ਹੋਰੋਸਕੋਪ ਆਫ ਆਵਰ ਸੋਵਰਨ, ਠੀਕ ਹੈ, ਕੁੰਡਲੀ ਲੋਕਤੰਤਰੀ ਗਣਰਾਜ ਦਾ, ਸੋਵਰਨ ਰਿਪਬਲਿਕ ਦਾ ਹੋਰੋਸਕੋਪ ਕਹਾਉਂਦਾ ਹੈ। ਇਹ ਗੱਲ ਕਿਹਨੇ ਬੋਲੀ ਹੋਈ ਹੈ? ਤਾਂ ਇਹਦਾ ਆਨਸਰ ਜਿਹੜਾ ਸਹੀ ਬਣਦਾ ਦੈਟ ਇਜ਼ KM ਮੁਨਸ਼ੀ। KM ਮੁਨਸ਼ੀ ਸਾਡੇ ਜਿਹੜੀ ਉਹ ਬਣੀ ਸੀਗੀ ਡਰਾਫਟਿੰਗ ਕਮੇਟੀ ਦੇ ਵਿੱਚ BR ਅੰਬੇਦਕਰ ਸਾਹਿਬ ਚੇਅਰਮੈਨ ਸੀ, ਅਤੇ ਉਹਦੇ ਇੱਕ ਮੈਂਬਰ KM ਮੁਨਸ਼ੀ ਵੀ ਸੀ, ਜੇ ਤੁਹਾਨੂੰ ਯਾਦ 'ਚ ਹੋਵੇ ਤਾਂ KM ਮੁਨਸ਼ੀ ਸਾਹਿਬ ਉਹੀ ਨੇ। ਤਾਂ ਇਹਨਾਂ ਨੇ ਇਹ ਗੱਲ ਬੋਲੀ ਹੈ ਪ੍ਰੀਐਂਬਲ ਬਾਰੇ ਕਿ ਪ੍ਰੀਐਂਬਲ ਜਿਹੜਾ ਹੈ ਨਾ, ਪ੍ਰੀਐਂਬਲ ਕੀ ਹੈਗਾ? ਹੋਰੋਸਕੋਪ ਹੈ ਸਾਡੇ ਸੰਵਿਧਾਨ ਦਾ। ਅੱਛਾ, ਇੱਕ ਆਬਜੈਕਟਿਵ ਰੈਜ਼ੋਲਿਊਸ਼ਨ 'ਤੇ ਆਪਾਂ ਨੇ ਜ਼ਿਕਰ ਲਿਆਂਦਾ ਸੀ। ਆਬਜੈਕਟਿਵ ਰੈਜ਼ੋਲਿਊਸ਼ਨ ਕਿਹਨੇ ਰੱਖਿਆ ਸੀ? ਜਵਾਹਰ ਲਾਲ ਨਹਿਰੂ ਨੇ ਰੱਖਿਆ ਸੀ, ਠੀਕ ਹੈ। ਅਤੇ ਇਹੀ ਆਬਜੈਕਟਿਵ ਰੈਜ਼ੋਲਿਊਸ਼ਨ ਪਾਸ ਹੋਣ ਤੋਂ ਬਾਅਦ ਫਿਰ ਕੀ ਬਣਦਾ ਗਾ ਸਾਡੇ ਕੋਲ? ਇਹੀ ਆ ਬਣਦਾ ਸਾਡਾ ਪ੍ਰੀਐਂਬਲ ਬਣਦਾ। ਤਾਂ ਇਹ ਗੱਲ ਵੀ ਸਾਨੂੰ ਕਲੀਅਰ ਹੋਣੀ ਚਾਹੀਦੀ ਹੈ। ਕਿਹੜੇ ਕੇਸ ਦੇ ਵਿੱਚ ਸੁਪਰੀਮ ਕੋਰਟ ਨੇ ਕਿਹਾ ਸੀ? ਅੱਛਾ, ਇੱਕ ਇਹ ਸਵਾਲ, ਇਹ ਐਂਗਲ, ਇਹ ਵੱਖਰੇ ਵੱਖਰੇ ਐਂਗਲ ਨੇ ਜਿਹਦੇ 'ਤੇ ਲੈ ਕੇ ਪ੍ਰੀਐਂਬਲ 'ਚੋਂ ਸਵਾਲ ਪੁੱਛੇ ਜਾਂਦੇ ਨੇ ਪ੍ਰਸਤਾਵਨਾ 'ਚੋਂ। ਕਈ ਕੇਸ ਹੋਏ ਨੇ ਇਹੋ ਜਿਹੇ ਜਿਨ੍ਹਾਂ ਦੇ ਵਿੱਚ ਪ੍ਰੀਐਂਬਲ ਨੂੰ ਕਿਤੇ ਤਾਂ ਕਹਿਤਾ ਕਿ ਇਹ ਸੰਵਿਧਾਨ ਦਾ ਹਿੱਸਾ ਹੈਗਾ, ਅਤੇ ਕਿਤੇ ਪ੍ਰੀਐਂਬਲ ਨੂੰ ਇਹ ਕਹਿ ਦਿੱਤਾ ਗਿਆ ਕਿ ਪ੍ਰੀਐਂਬਲ ਇਜ਼ ਨਾਟ ਏ ਪਾਰਟ ਆਫ ਕਨਸਟੀਟਿਊਸ਼ਨ। ਇਹ ਵੀ ਸਾਨੂੰ ਜ਼ਰੂਰ ਪਤਾ ਹੋਣ। ਹੁਣ ਇਹਨਾਂ ਨੂੰ ਦੇਖਦੇ ਹਾਂ। ਤਾਂ ਪਹਿਲਾ ਕੁਐਸਚਨ ਤਾਂ ਇਹੀ ਹੈ ਕਿ ਇਹਨਾਂ 'ਚੋਂ ਕਿਹੜਾ ਕੇਸ ਸੀ ਜਿਹਦੇ 'ਚ ਬੋਲਿਆ ਗਿਆ ਸੀਗਾ ਕਿ ਪ੍ਰੀਐਂਬਲ ਜਿਹੜਾ ਹੈਗਾ ਇਹ ਸੰਵਿਧਾਨ ਦਾ ਹਿੱਸਾ ਹੀ ਨਹੀਂ ਹੈਗਾ, ਕਿ ਸੰਵਿਧਾਨ ਤੋਂ ਵੱਖਰਾ ਹੈ, ਕਨਸਟੀਟਿਊਸ਼ਨ ਤੋਂ ਵੱਖਰਾ ਹੈ। ਤਾਂ ਉਹ ਕੇਸ ਸੀਗਾ ਬੇਰੂਵਰੀ ਕੇਸ। ਬੇਰੂਵਰੀ ਕੇਸ ਦੇ ਵਿੱਚ ਇਹ ਕਹਿਤਾ ਸੀ ਸੁਪਰੀਮ ਕੋਰਟ ਨੇ ਕਿ ਇਹ ਸੰਵਿਧਾਨ ਦਾ ਹਿੱਸਾ ਨਹੀਂ ਹੈ। ਪਰ ਉਸ ਤੋਂ ਬਾਅਦ ਇੱਕ ਕੇਸ ਹੁੰਦਾ ਕੇਸ਼ਵ ਨੰਦਾ ਭਾਰਤੀ 1973 ਦਾ, ਬੜੀ ਹੀ ਲੈਂਡਮਾਰਕ ਜਜਮੈਂਟ ਹੈ, ਸੌਰੀ 73 ਹੈ, 33 ਨਹੀਂ, ਲੈਂਡਮਾਰਕ ਜਜਮੈਂਟ ਸੀਗੀ ਪੂਰੀ ਸੰਵਿਧਾਨ ਦੀ, ਜਿਹਦੇ ਵਿੱਚ ਬੇਸਿਕ ਸਟਰਕਚਰ ਆਫ ਕਨਸਟੀਟਿਊਸ਼ਨ ਦੀ ਗੱਲ ਕੀਤੀ ਗਈ ਸੀ, ਯਾਨੀ ਕਿ ਸੰਵਿਧਾਨ ਦੇ ਮੁੱਢਲੇ ਢਾਂਚੇ ਦੀ। ਜਦੋਂ ਪੁੱਛਿਆ ਗਿਆ ਕਿ ਮੁੱਢਲਾ ਢਾਂਚਾ ਹੈ ਕੀ ਸੁਪਰੀਮ ਕੋਰਟ ਤੋਂ, ਤਾਂ ਸੁਪਰੀਮ ਕੋਰਟ ਦਾ ਜਵਾਬ ਸੀਗਾ ਕਿ ਮੌਕਾ ਆਉਣ 'ਤੇ ਤੁਹਾਨੂੰ ਦੱਸ ਦਿਆ ਕਰਾਂਗੇ ਕਿ ਮੁੱਢਲਾ ਢਾਂਚਾ ਕੀ ਹੈ। ਮਤਲਬ ਉਹ ਹਰ ਚੀਜ਼ ਜਿਹੜੀ ਮੁੱਢਲੇ ਢਾਂਚੇ ਦੇ ਵਿੱਚ ਪੈਂਦੀ ਹੈਗੀ ਆ ਸੰਵਿਧਾਨ ਦੀ, ਉਹਨੂੰ ਸੰਸਦ ਕਿਸੇ ਵੀ ਕਾਨੂੰਨ ਨੂੰ ਬਣਾ ਕੇ ਉਸ ਨੂੰ ਖ਼ਤਮ ਨਹੀਂ ਕਰ ਸਕਦੀ। ਉਦਾਹਰਨ ਦੇ ਤੌਰ 'ਤੇ ਪ੍ਰੀਐਂਬਲ ਨੂੰ ਵੀ, ਪ੍ਰਸਤਾਵਨਾ ਨੂੰ ਵੀ ਸੁਪਰੀਮ ਕੋਰਟ ਨੇ ਕੇਸ਼ਵ ਨੰਦਾ ਭਾਰਤੀ ਕੇਸ ਦੇ ਵਿੱਚ ਬੇਸਿਕ ਸਟਰਕਚਰ 'ਚ ਪਾਤਾ ਸੀ। ਤਾਂ ਬੇਸਿਕ ਸਟਰਕਚਰ 'ਚ ਪਾਉਣ ਨਾਲ ਇਹ ਹੋ ਗਿਆ ਕਿ ਜੇ ਕੋਈ ਪ੍ਰੀਐਂਬਲ ਨੂੰ ਚੇਂਜ ਕਰਨਾ ਚਾਹੁੰਦਾ, ਬਦਲਣਾ ਚਾਹੁੰਦਾ ਉਹਦੇ ਵਿੱਚ, ਤਾਂ ਪ੍ਰੀਐਂਬਲ ਦੇ ਵਿੱਚ ਛੇੜਛਾੜ ਨਹੀਂ ਕੀਤੀ ਜਾ ਸਕਦੀ, ਕਿਉਂਕਿ ਇਹ ਕੀ ਹੈ? ਇਹ ਬੇਸਿਕ ਸਟਰਕਚਰ ਹੈ, ਸਾਡੀ ਮੁੱਢਲੀ ਸਟਰਕਚਰ ਤੁਸੀਂ ਕਹਿ ਸਕਦੇ ਹੋ, ਢਾਂਚਾ ਗਾ ਸਾਡੇ ਸੰਵਿਧਾਨ ਦਾ। ਤਾਂ ਇੱਥੇ ਕਲੀਅਰਲੀ ਕਹਿਤਾ ਸੀ ਕਿ ਅਸੀਂ ਜਿਹੜੀ ਪੁਰਾਣੀ ਬੇਰੂਬਰੀ ਵਾਲੀ ਸਟੇਟਮੈਂਟ ਸਾਡੀ ਸੀਗੀ, ਜਾਂ ਸਾਡੀ ਵਰਡਿਕਟ ਫੈਸਲਾ ਸੀ, ਉਹਨੂੰ ਅਸੀਂ ਟਰਨ ਆਊਟ ਕਰਦੇ ਹਾਂ, ਉਹਨੂੰ ਅਸੀਂ ਖ਼ਤਮ ਕਰਦੇ ਹਾਂ, ਅਤੇ ਹੁਣ ਤੋਂ ਪ੍ਰੀਐਂਬਲ ਪੂਰੀ ਤਰ੍ਹਾਂ ਨਾਲ ਸੰਵਿਧਾਨ ਦਾ ਹਿੱਸਾ ਹੈ, ਅਤੇ ਇਹ ਬੇਸਿਕ ਸਟਰਕਚਰ ਦਾ ਹਿੱਸਾ ਵੀ ਹੈ। ਤਾਂ ਜੇ ਅੱਜ ਦੀ ਤਰੀਕ 'ਚ ਤੁਹਾਨੂੰ ਕੋਈ ਪੁੱਛ ਲਵੇ, ਸਵਾਲ ਬਣ ਕੇ ਆ ਜੇ ਕਿ ਪ੍ਰੀਐਂਬਲ ਕੀ ਸੰਵਿਧਾਨ ਦਾ ਹਿੱਸਾ ਹੈ ਜਾਂ ਨਹੀਂ ਹੈ, ਸਟੇਟਮੈਂਟ ਵਾਲੇ ਸਵਾਲ ਬਣ ਸਕਦੇ ਨਾ, ਸਟੇਟਮੈਂਟ ਬਣ ਕੇ ਪ੍ਰੀਐਂਬਲ ਇਜ਼ ਅ ਪਾਰਟ ਆਫ ਕਨਸਟੀਟਿਊਸ਼ਨ, ਤਾਂ ਬਿਲਕੁਲ ਪ੍ਰੀਐਂਬਲ ਬਿਲਕੁਲ ਅੰਗ ਹੈ ਸੰਵਿਧਾਨ ਦਾ। ਤਾਂ ਇਹ ਗੱਲ ਤੁਹਾਨੂੰ ਕਲੀਅਰ ਹੋਣੀ ਚਾਹੀਦੀ ਹੈ। ਅੱਗੇ ਆ ਜਾਓ। ਇਹਨਾਂ ਦੇ ਵਿੱਚੋਂ ਕਿਹੜੇ ਕੇਸ ਦੇ ਵਿੱਚ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਪ੍ਰੀਐਂਬਲ ਬੇਸਿਕ ਸਟਰਕਚਰ ਦਾ ਹਿੱਸਾ? ਲਓ ਜੀ, ਇਹ ਵੀ ਆ ਗਿਆ, ਮੈਂ ਤੁਹਾਨੂੰ ਪਹਿਲਾਂ ਦੱਸਤਾ। ਤਾਂ ਉਹ ਕਿਹੜਾ ਕੇਸ ਸੀਗਾ? ਉਹ ਸਾਡੇ ਕੋਲੇ ਕੇਸ ਸੀਗਾ ਕੇਸ਼ਵ ਨੰਦ ਭਾਰਤੀ ਦਾ ਕੇਸ। ਤਾਂ ਕੇਸ਼ਵ ਨੰਦ ਭਾਰਤੀ ਕੇਸ ਦੇ ਵਿੱਚ ਇਹ ਕਿਹਾ ਸੀ ਕਿ ਇਹ ਜਿਹੜੀ ਸੰਵਿਧਾਨ ਦੀ ਮੂਲ ਬਣਤਰ ਹੈ ਨਾ, ਬੇਸਿਕ ਸਟਰਕਚਰ ਹੈ, ਅਤੇ ਇਹ ਉਸ ਦਾ ਹਿੱਸਾ ਹੈ। ਉਮੀਦ ਹੈ ਗੱਲ ਕਲੀਅਰ ਹੋ ਗਈ ਹੋ। ਹੁਣ ਅੱਗੇ ਅਸੀਂ ਚੱਲਦੇ ਹਾਂ, ਇਹਨਾਂ ਤਿੰਨਾਂ ਨੂੰ ਕ੍ਰੋਨੋਲੋਜੀਕਲ ਆਰਡਰ ਦੇ ਵਿੱਚ ਲਾਉਣਾ ਹੈ, ਠੀਕ ਹੈ, ਕਿ ਕ੍ਰੋਨੋਲੋਜੀਕਲ ਆਰਡਰ ਦੇ ਵਿੱਚ ਲਾ ਕੇ ਦੱਸੋ ਕਿ ਕਿਹੜਾ ਕਦੋਂ ਹੋਇਆ, ਕਿਹੜਾ ਕਦੋਂ ਹੋਇਆ। ਆਹ ਵਾਲਾ ਮਤਲਬ ਕਿਹੜੇ ਨੇ ਇੱਥੇ ਆਪਸ਼ਨਾਂ? ਗੋਲਖਨਾਥ ਦਾ ਕੇਸ ਹੈ, ਕੇਸ਼ਵ ਨੰਦ ਭਾਰਤੀ ਕੇਸ ਹੈ, ਅਤੇ ਇੱਕ ਸਾਡੇ ਕੋਲ ਹੈਗਾ 24ਵਾਂ ਸੰਵਿਧਾਨ ਦਾ ਸੋਧਨ ਐਕਟ, ਇੱਕ 42ਵਾਂ ਸੰਵਿਧਾਨ ਦਾ ਸੋਧਨ ਐਕਟ। ਹੁਣ ਇੱਕ ਚੀਜ਼ ਦੇਖੋ, ਕੇਸ਼ਵ ਨੰਦ ਭਾਰਤੀ ਕੇਸ ਤਾਂ ਇੰਨਾ ਮਸ਼ਹੂਰ ਹੈ ਕਿ ਮੈਨੂੰ ਲੱਗਦਾ ਜਿਹੜਾ ਵੀ ਬੱਚਾ ਪੋਲਿਟੀ ਪੜ੍ਹਦਾ ਹੋਊ, ਜੇ ਕੇਸ਼ਵ ਨੰਦ ਭਾਰਤੀ ਕੇਸ ਬਾਰੇ ਨਹੀਂ ਪਤਾ ਤਾਂ ਬੜੀ ਮਾੜੀ ਗੱਲ ਹੈ, ਐਵੇਂ ਹੋ ਨਹੀਂ ਸਕਦਾ। ਅਤੇ 42ਵੀਂ ਸੋਧ ਵੀ ਇੰਨੀ ਮਸ਼ਹੂਰ ਹੈ ਕਿ ਇਹਨੂੰ ਮਿੰਨੀ ਕਨਸਟੀਟਿਊਸ਼ਨ ਕਿਹਾ ਜਾਂਦਾ, ਛੋਟਾ ਸੰਵਿਧਾਨ ਕਿਹਾ ਜਾਂਦਾ, ਕਿਉਂਕਿ ਇਹਦੇ 'ਚ ਇੰਨੀ ਜ਼ਿਆਦਾ ਸੋਧਾਂ ਕਰਤੀਆਂ ਸੀਗੀਆਂ ਇੰਦਰਾ ਗਾਂਧੀ ਨੇ ਕਿ ਇਹਨੂੰ ਛੋਟਾ ਸੰਵਿਧਾਨ ਕਿਹਾ ਜਾਣ ਲੱਗ ਪਿਆ, ਮਿਨੀ ਕਨਸਟੀਟਿਊਸ਼ਨ। ਤਾਂ ਇਹ ਵੀ ਹਰ ਇੱਕ ਬੱਚੇ ਨੂੰ ਪਤਾ ਹੋਣੀ ਚਾਹੀਦੀ ਹੈ ਕਿ 76 ਦੇ ਲਗਭਗ ਹੋਈ ਸੀ। ਅਤੇ ਗੋਲਖਨਾਥ ਦਾ ਕੇਸ ਇੰਨਾ ਆਈਡੀਆ ਤਾਂ ਜ਼ਰੂਰ ਰਹਿੰਦਾ ਹੈ ਕਿ ਇਹ ਜਿਹੜਾ ਕੇਸ ਸੀਗਾ ਕੇਸ਼ਵ ਨੰਦ ਤੋਂ ਪਹਿਲਾਂ ਹੋਇਆ ਗੋਲਖਨਾਥ ਵਾਲਾ ਕੇਸ। ਅਤੇ ਆਹ ਗੱਲ ਵੀ ਤੁਹਾਨੂੰ ਪਤਾ ਹੋਣੀ ਚਾਹੀਦੀ ਹੈ ਕਿ 42ਵਾਂ ਤਾਂ 24ਵੀਂ ਤੋਂ ਬਾਅਦ 'ਚ ਹੀ ਆਉਂਦਾ, ਠੀਕ ਹੈ। ਤਾਂ 24ਵਾਂ ਪਹਿਲਾਂ ਹੋਣਾ ਚਾਹੀਦਾ, 42ਵਾਂ ਬਾਅਦ 'ਚ ਹੋਣਾ ਚਾਹੀਦਾ। ਜੇ ਮੈਂ ਇਸ ਐਂਗਲ 'ਤੇ ਇਹਨੂੰ ਪੜਚੋਲ ਕਰਨ ਦੀ ਇਹਦੀ ਕੋਸ਼ਿਸ਼ ਕਰਾਂ ਤਾਂ ਇੱਕ ਗੱਲ ਤਾਂ ਮੇਰੀ ਕਲੀਅਰ ਹੈ
ਕਿ ਜਿਹੜਾ ਮੇਰੇ ਕੋਲੇ 4 ਨੰਬਰ ਹੈ ਤਾਂ 3 4 ਤੋਂ ਪਹਿਲਾਂ ਆਊਗਾ, ਠੀਕ ਹੈ, ਅਤੇ ਜਿਹੜਾ 2 ਹੈ ਉਹਦੇ ਤੋਂ ਪਹਿਲਾਂ 1 ਆਉਣਾ ਚਾਹੀਦਾ, ਠੀਕ ਹੈ। ਹੁਣ ਜੇ ਮੈਂ ਦੇਖਾਂ ਤਾਂ 1 2 3 4 ਇਹ ਆਪਸ਼ਨ ਬੀ ਬਣ ਸਕਦੀ ਹੈ, ਅਤੇ ਦੂਸਰੇ ਪਾਸੇ ਜੇ ਮੈਂ ਦੇਖਾਂ ਕਿ 1 3 2 4, ਇਹਦਾ ਮਤਲਬ ਜਿਹੜਾ 4 ਹੈ ਕਿਤੇ ਨਾ ਕਿਤੇ ਆਹ 2 ਆਪਸ਼ਨਾਂ ਤੋਂ ਤਾਂ ਇਹੀ ਨਜ਼ਰ ਆ ਰਿਹਾ ਕਿ 4 ਤਾਂ ਪਿੱਛੇ ਹੋਣਾ ਚਾਹੀਦਾ। 76ਵਾਂ ਸਾਲ ਤਾਂ ਬਹੁਤ ਪਿੱਛੇ ਜਾ ਗਈ ਹੈ ਜਿੱਥੇ 42ਵੀਂ ਸੋਧ ਹੁੰਦੀ ਹੈ, ਠੀਕ ਹੈ, ਅਤੇ 1 2 ਤੋਂ ਪਹਿਲਾਂ ਹੋਣਾ ਚਾਹੀਦਾ, ਇਸ ਕਰਕੇ 1 ਦੇ ਅੱਗੇ ਆਉਣ ਦੇ ਜ਼ਿਆਦਾ ਚਾਂਸਿਸ ਨੇ। ਆਹ 2 ਆਪਸ਼ਨਾਂ 'ਚੋਂ ਹੀ ਅਗਲੀਆਂ ਆਪਸ਼ਨਾਂ ਵੀ ਦੇਖ ਲੈਂਦੇ ਹਾਂ, ਸ਼ਾਇਦ ਉਹਦੇ ਵਿੱਚੋਂ ਕੁਝ ਗੱਲਬਾਤ ਨਿਕਲਦੀ ਹੋਵੇ। ਜਾਂ ਅਗਲੀਆਂ ਆਪਸ਼ਨਾਂ ਦੇਖੀਏ, ਜਦੋਂ 3 3 ਮੂਹਰੇ ਲਾਤਾ, ਯਾਨੀ ਕਿ 3 ਕੀ ਸੀ ਆਪਸ਼ਨ ਸਾਡੇ ਕੋਲੇ, 3 ਆਪਸ਼ਨ ਸਾਡੇ ਕੋਲੇ ਸੀਗੀ 24ਵੀਂ ਸੋਧ। ਤਾਂ 24ਵੀਂ ਸੋਧ ਜੇ ਇਹਦੇ ਬਾਰੇ ਪਤਾ ਹੈ ਤਾਂ ਬਹੁਤ ਵਧੀਆ ਗੱਲ ਹੈ, ਨਹੀਂ ਪਤਾ ਤਾਂ ਫਿਰ ਥੋੜ੍ਹਾ ਤੁੱਕਾਬਾਜੀ ਕਰਨੀ ਪਊਗੀ, ਹੈ ਨਾ। ਤਾਂ ਮੈਂ ਉਹ ਕੰਸੈਪਟ 'ਤੇ ਵੀ ਲੈ ਕੇ ਜਾ ਰਿਹਾ ਵੀ ਜੇ ਤੁੱਕੇਬਾਜੀ ਵੀ ਕਰਨੀ ਪਵੇ ਕਿਵੇਂ ਕਰੋਗੇ ਤੁਸੀਂ, ਕਿਉਂਕਿ ਸਿੱਧਾ ਤਾਂ ਮੈਂ ਦੱਸ ਹੀ ਦਊਂਗਾ ਕਿ 24ਵੀਂ ਸੋਧ ਕਦੋਂ ਹੋਈ ਆ, ਗੋਲਖਨਾਥ ਦਾ ਕੇਸ ਕਦੋਂ ਹੋਇਆ, ਪਰ ਮੈਂ ਉਹ ਇੱਕ ਬੇਸਿਕ ਅੰਡਰਸਟੈਂਡਿੰਗ ਤੋਂ ਸਵਾਲ ਸੋਲਵ ਕਰਨ ਦੀ ਕੋਸ਼ਿਸ਼ ਕਰ ਰਿਹਾ ਕਿ ਕਿਵੇਂ ਹੋ ਸਕਦਾ ਵੀ ਅੱਜ 2 ਗੱਲਾਂ ਸਾਨੂੰ ਪਤਾ ਹੋਣ ਫਿਰ ਅਸੀਂ ਤੁੱਕਾ ਕਿਵੇਂ ਲਾਉਣਾ। ਹੁਣ ਇਹਦੇ ਵਿੱਚ ਤੁਸੀਂ ਦੇਖੋ ਕਿ ਤੁੱਕਾ ਕਿਵੇਂ ਲੱਗੂ। ਹੁਣ 2 ਜਾਂ 3 'ਚ ਪੰਗਾ ਪੈ ਗਿਆ, 1 ਅਤੇ 4 ਵਾਲੀ ਕਹਾਣੀ ਤਾਂ ਸੇਮ ਹੈ ਕਿ ਇੱਕ ਪਹਿਲਾਂ ਗੋਲਖਨਾਥ ਦਾ ਕੇਸ ਹੋਇਆ, ਫਿਰ ਉਸ ਤੋਂ ਬਾਅਦ ਤੁਹਾਡਾ ਜਿਹੜਾ ਹੈ ਜੀ ਲਾਸਟ ਦੇ ਵਿੱਚ 1976 'ਚ ਇਹ ਹੋਇਆ। ਤਾਂ ਮੈਂ ਸਿਰਫ ਇਹ ਪਤਾ ਕਰਨਾ ਵੀ ਕੇਸ਼ਵ ਨੰਦ ਕੇਸ ਪਹਿਲਾਂ ਹੋਇਆ ਕਿ 24ਵਾਂ ਸੋਧ ਐਕਟ ਪਹਿਲਾਂ ਹੋਇਆ। ਤਾਂ ਇਹ ਬਹੁਤ ਹੀ ਡਿਫੀਕਲਟ ਕੁਐਸਚਨ ਬਣ ਗਿਆ ਇੱਥੇ, ਕਿਉਂਕਿ ਮੈਨੂੰ ਇਹਨਾਂ ਦੋਨਾਂ ਬਾਰੇ ਪਤਾ ਕਰਨਾ ਜ਼ਰੂਰੀ ਹੈ। 73 ਤਾਂ ਪਤਾ, ਇਹਦਾ ਮਤਲਬ ਜੇ 24ਵੀਂ ਸੋਧ ਨਹੀਂ ਪਤਾ ਤਾਂ ਆਨਸਰ 'ਤੇ ਬਿਲਕੁਲ ਹੀ 50% ਵਾਲਾ ਤੁੱਕਾ ਹੋ ਜਾਊਗਾ, ਤਾਂ ਤੁੱਕੇਬਾਜ਼ੀ ਹੀ ਚੱਲੂਗੀ। ਹੁਣ ਇੱਥੇ ਦੇਖੋ, ਜੇ ਤੁਹਾਨੂੰ ਥੋੜ੍ਹੀ ਜਿਹੀ ਕਹਾਣੀ ਪਤਾ ਹੋਵੇ ਫਿਰ ਤਾਂ ਗੱਲ ਬਣ ਸਕਦੀ ਹੈ। ਗੋਲਖਨਾਥ ਦਾ ਕੇਸ ਹੁੰਦਾ ਹੈ, ਗੋਲਖਨਾਥ ਦੇ ਕੇਸ ਦੇ ਵਿੱਚ ਹੋਇਆ ਕੀ ਸੀ, ਅਸਲ 'ਚ ਕੀ ਡਿਸਪਿਊਟ ਖੜ੍ਹਾ ਹੋਇਆ ਸੀਗਾ। ਸੁਪਰੀਮ ਕੋਰਟ ਨੇ ਗੋਲਖਨਾਥ ਦੇ ਕੇਸ ਦੇ ਵਿੱਚ ਇਹ ਕਹਿਤਾ ਕਿ ਜਿਹੜੀ ਸ਼ਕਤੀ ਹੈਗੀ ਆ ਪਾਰਲੀਮੈਂਟ ਦੀ, ਸੰਸਦ ਦੀ, ਕਿ ਸੰਵਿਧਾਨ ਦੇ ਕਿਸੇ ਵੀ ਹਿੱਸੇ ਨੂੰ ਅਮੈਂਡ ਕਰਨ ਦੀ, ਸੋਧ ਕਰਨ ਦੀ, ਉਹ ਸ਼ਕਤੀ 'ਤੇ ਥੋੜ੍ਹਾ ਜਿਹਾ ਕੰਟਰੋਲ ਲਾਉਣ ਦੀ ਕੋਸ਼ਿਸ਼ ਕੀਤੀ ਕਿ ਕੱਲ੍ਹ ਨੂੰ ਪਾਰਲੀਮੈਂਟ ਇਹ ਕਹਿ ਕੇ ਕਿ ਜਿਹੜੇ ਡਾਇਰੈਕਟਿਵ ਪ੍ਰਿੰਸੀਪਲਸ ਆਫ ਸਟੇਟ ਪੋਲਿਸੀ ਹੈਗੇ ਨੇ, ਮੂਲ ਅਧਿਕਾਰ ਹੈਗੇ ਨੇ, ਠੀਕ ਹੈ, ਉਹਨਾਂ ਨੂੰ ਲੈ ਕੇ, ਮੌਲਿਕ ਅਧਿਕਾਰਾਂ ਨੂੰ ਲੈ ਕੇ, ਠੀਕ ਹੈ, ਯਾਨੀ ਕਿ ਜਿਹੜੇ ਸਿਧਾਂਤ ਨੇ, ਅਧਿਕਾਰ ਤਾਂ ਸਾਡੇ ਫੰਡਾਮੈਂਟਲ ਰਾਈਟਸ ਹੋ ਗਏ, ਮੌਲਿਕ ਸਿਧਾਂਤਾਂ ਨੂੰ ਲੈ ਕੇ ਜੇ ਕੱਲ੍ਹ ਨੂੰ ਕਿਸੇ ਦੇ ਯਾਨੀ ਕਿ ਫੰਡਾਮੈਂਟਲ ਰਾਈਟਸ, ਮੌਲਿਕ ਅਧਿਕਾਰ ਖੋਏ ਜਾਂਦੇ ਨੇ, ਇਹ ਕਹਿ ਕੇ ਕਿ ਮੈਂ ਆਹ DPSP ਪਰਟੀਕੂਲਰ ਹੈ, ਇਹਨੂੰ ਪੂਰਾ ਕਰਨਾ ਹੈ, ਇਸ ਕਰਕੇ ਮੈਂ ਫੰਡਾਮੈਂਟਲ ਰਾਈਟਸ ਨੂੰ ਇੱਥੇ ਖੋ ਰਿਹਾ, ਤਾਂ ਇਹ ਗੱਲ ਬਰਦਾਸ਼ਤ ਨਹੀਂ ਕੀਤੀ ਜਾਊਗੀ। ਇਹ ਸੁਪਰੀਮ ਕੋਰਟ ਦੀ ਵਰਡਿੰਗ ਸੀ। ਮਤਲਬ ਕਿ ਫੰਡਾਮੈਂਟਲ ਰਾਈਟਸ ਨੂੰ, ਮੌਲਿਕ ਅਧਿਕਾਰਾਂ ਨੂੰ ਸੋਧ ਕਰਨ ਵੇਲੇ ਇਹ ਪਾਵਰ ਘਟਾਉਣ ਦੀ ਕੋਸ਼ਿਸ਼ ਕੀਤੀ ਗੋਲਖਨਾਥ ਕੇਸ ਦੇ ਵਿੱਚ ਸੁਪਰੀਮ ਕੋਰਟ ਨੇ। ਪਰ ਉਹ ਉਸ ਟਾਈਮ ਦੇ ਉੱਤੇ ਥੋੜ੍ਹੀ ਜਿਹੀ ਪਾਵਰਫੁੱਲ ਪ੍ਰਧਾਨ ਮੰਤਰੀ ਸੀ ਸ਼ੁਰੂ ਵਾਲੇ ਸਾਡੇ ਬਹੁਤ ਸਾਰੇ, ਉਹਨਾਂ ਨੇ ਇਹਦੇ ਖਿਲਾਫ 24ਵੀਂ ਸੋਧ ਕਰਕੇ ਐਕਟ ਲਿਆਂਦਾ ਸੰਵਿਧਾਨ ਦੇ ਵਿੱਚ। ਅਤੇ ਇਹ ਜਿਹੜਾ ਪੂਰਾ ਦਾ ਪੂਰਾ ਇਹ ਸਿਨਾਰੀਓ ਹੋਇਆ ਨਾ, 1967 ਦਾ ਕੇਸ ਹੈ ਇਹ, ਮਤਲਬ ਇਹਦਾ ਗੋਲਖਨਾਥ ਦਾ, ਅਤੇ 67 ਦੇ ਵਿੱਚ ਹੀ ਲਗਭਗ ਇਹ 24ਵਾਂ ਸੰਸ਼ੋਧਨ ਲਿਆਂਦਾ ਜਾਂਦਾ ਹੈ। ਤਾਂ ਸੇਮ ਈਅਰ ਸੀ, ਪਰ ਇਹ ਰਿਜ਼ਲਟ 24ਵੀਂ ਸੋਧ ਗੋਲਖਨਾਥ ਕੇਸ ਦਾ ਹੀ ਰਿਜ਼ਲਟ ਸੀ। ਤਾਂ ਇਸ ਕਰਕੇ ਜਿਹਨੂੰ ਗੋਲਖਨਾਥ ਕੇਸ ਬਾਰੇ ਪਤਾ, ਉਹਨੂੰ ਇਹ ਵੀ ਪਤਾ ਹੋਊਗਾ ਵੀ ਹਾਂ, ਉਦੋਂ ਬਾਅਦ ਪਾਰਲੀਮੈਂਟ ਨੇ ਰਿਐਕਸ਼ਨ ਦਿਖਾਈ ਸੀ ਸੁਪਰੀਮ ਕੋਰਟ ਦੇ ਵਰਡਿਕਟ ਦੇ ਉੱਤੇ, ਗੋਲਖਨਾਥ ਕੇਸ ਵਾਲੇ ਦੇ ਉੱਤੇ, 24ਵੀਂ ਸੋਧ ਕਰਕੇ ਵੀ ਅਸੀਂ ਕੋਈ ਵੀ, ਸਾਡੇ ਕੋਲ ਇੰਨੀ ਤਾਕਤ ਹੈਗੀ ਹੈ ਕਿ ਅਸੀਂ ਚਾਹੇ ਫੰਡਾਮੈਂਟਲ ਰਾਈਟ ਖੋਣਾ ਹੋਵੇ, ਕੁਝ ਵੀ ਖੋਣਾ ਹੋਵੇ, ਤਾਂ ਅਸੀਂ ਖੋ ਸਕਦੇ ਹਾਂ। ਜਿਹੜਾ ਕੋਈ ਵੀ ਬਿੱਲ ਪਾਰਲੀਮੈਂਟ ਦੇ ਲੋਕ ਸਭਾ, ਰਾਜ ਸਭਾ 'ਚ ਪਾਸ ਹੋ ਗਿਆ, ਰਾਸ਼ਟਰਪਤੀ ਦੇ ਉੱਤੇ ਇਹ ਬਾਊਂਡੇਸ਼ਨ ਹੈ ਕਿ ਰਾਸ਼ਟਰਪਤੀ ਨੂੰ ਉਹ ਪਾਸ ਕਰਨਾ ਹੀ ਪਊਗਾ। ਤਾਂ ਇਸ ਗੱਲ ਦੇ ਵਿੱਚ ਕੋਈ ਮਤਲਬ ਉਹ ਨਹੀਂ ਹੋਣੀ ਚਾਹੀਦੀ ਕਿੰਤੂ ਪਰੰਤੂ, ਇਹ ਰੌਲਾ ਹੋਇਆ ਸੀਗਾ, ਠੀਕ ਹੈ। ਤਾਂ ਇਹਦਾ ਮਤਲਬ ਫਿਰ ਮੇਰੇ ਕੋਲ ਆਨਸਰ ਕੀ ਹੋ ਗਿਆ, ਇਹ ਹੋ ਗਿਆ। ਪਹਿਲਾਂ ਸਾਡੇ ਕੋਲ ਇੱਕ ਗੋਲਖਨਾਥ, ਫਿਰ ਗੋਲਖਨਾਥ ਤੋਂ ਬਾਅਦ ਇਹ 24ਵੀਂ ਸੰਸ਼ੋਧਨ ਆਈ, ਉਦੋਂ ਬਾਅਦ ਫਿਰ ਸਾਡੇ ਕੋਲ 73 'ਚ ਕੇਸ਼ਵ ਨੰਦ ਭਾਰਤੀ, ਅਤੇ 76 ਦੇ ਵਿੱਚ ਸਾਡੇ ਕੋਲ 42ਵੀਂ ਸੋਧ ਵਾਲਾ ਐਕਟ ਆਇਆ। ਮੈਂ ਉਮੀਦ ਕਰਦਾ ਕਿ ਕਲੀਅਰ ਹੋ ਗਿਆ ਹੋਊਗਾ। ਇੰਪੋਰਟੈਂਟ ਹੈ ਇਹ ਕੁਐਸਚਨ, ਕਈ ਵਾਰ ਇਸ ਤਰ੍ਹਾਂ ਦੇ ਕੁਐਸਚਨ ਪੇਪਰ ਦੇ ਵਿੱਚ ਬਣ ਜਾਂਦੇ ਨੇ। ਇਕੋਨਮਿਕ ਜਸਟਿਸ ਇੱਕ ਵਨ ਆਫ ਦਾ ਕਹਿੰਦਾ ਆਬਜੈਕਟਿਵ ਹੈ ਭਾਰਤੀ ਸੰਵਿਧਾਨ ਦਾ ਪ੍ਰੋਵਾਈਡਡ। ਕਿੱਥੇ ਇਕੋਨਮਿਕ ਜਸਟਿਸ ਦੀ ਗੱਲ ਕੀਤੀ, ਕਿੱਥੇ ਕਿੱਥੇ ਗਈ ਹੈ, ਜਾਂ ਕਿੱਥੇ ਇਕੱਲੇ 'ਚ ਕੀਤੀ ਗਈ ਹੈ, ਜਾਂ ਹੋਰ ਕਿੱਥੇ ਕੀਤੀ ਗਈ ਹੈ। ਦੇਖੋ ਪ੍ਰੀਐਂਬਲ 'ਚ ਤਾਂ ਮੈਂ ਤੁਹਾਨੂੰ ਦੱਸ ਹੀ ਦਿੱਤਾ ਕਿ ਗੱਲ ਕੀਤੀ ਗਈ ਹੈ, ਠੀਕ ਹੈ। ਤਾਂ C ਅਤੇ D ਵਾਲਾ ਤਾਂ ਮਸਲਾ ਗੱਲ ਖਤਮ ਹੀ ਕਰ ਦਿਓ, ਕਿਉਂਕਿ ਪ੍ਰੀਐਂਬਲ 'ਚ ਤਾਂ 3 ਤਰ੍ਹਾਂ ਦੇ ਜਸਟਿਸ ਦੇਣ ਦੀ ਗੱਲ ਕੀਤੀ ਗਈ ਹੈ।
ਜਿਹਦੇ ਵਿੱਚ ਆਪਾਂ ਗੱਲ ਕੀਤੀ ਹੈ ਕਿ ਇਕਨੋਮਿਕ ਜਸਟਿਸ ਵੀ ਇੱਕ ਹੋਊਗਾ, ਸੋਸ਼ਲ ਅਤੇ ਪੋਲੀਟੀਕਲ ਯਾਨੀ ਕਿ ਸਮਾਜਿਕ ਨਿਆਂ ਦੇਣਾ ਜ਼ਰੂਰੀ ਹੈ, ਆਰਥਿਕ ਨਿਆਂ ਦੇਣਾ ਜ਼ਰੂਰੀ ਹੈ, ਅਤੇ ਤੀਜਾ ਕਿਹੜਾ ਨਿਆਂ ਦੇਣਾ ਜ਼ਰੂਰੀ ਹੈ ਜੀ? ਤੀਜਾ ਸਾਡੇ ਕੋਲ ਹੈਗਾ ਸਮਾਜਿਕ, ਆਰਥਿਕ ਅਤੇ ਰਾਜਨੀਤਿਕ ਨਿਆਂ, ਜੋ ਕਿ ਪੋਲੀਟੀਕਲ ਨਿਆਂ ਆ। ਤਾਂ ਪ੍ਰੈਂਬਲ ਤਾਂ ਪੱਕਾ ਹੀ ਹੈ। ਹੁਣ ਅਗਲਾ ਫੰਡਾਮੈਂਟਲ ਰਾਈਟਸ 'ਚ ਲਿਖਿਆ ਹੈ ਕਿ ਡਾਇਰੈਕਟਿਵ ਪ੍ਰਿੰਸੀਪਲਸ 'ਚ ਲਿਖਿਆ ਹੈ? ਹਾਲੇ ਤੁਹਾਡੇ ਲਈ ਆਨਸਰ ਕਰਨਾ ਔਖਾ ਹੋ ਸਕਦਾ ਜੇ ਤੁਸੀਂ ਨੇ ਫੰਡਾਮੈਂਟਲ ਰਾਈਟਸ ਜਾਂ ਡਾਇਰੈਕਟਿਵ ਪ੍ਰਿੰਸੀਪਲਸ ਨਹੀਂ ਪੜ੍ਹੇ, ਕਿਉਂਕਿ ਮੈਂ ਹਜੇ ਉਹਦੇ ਆਪਣੇ ਲੈਕਚਰ ਵੀ ਨਹੀਂ ਬਣਾਏ ਤੁਹਾਡੇ ਕੋਲੇ ਇਸ ਚੀਜ਼ ਨੂੰ ਲੈ ਕੇ ਕਿ ਮੈਂ ਐਕਸਪਲੇਨ ਕਰਦਾ ਕਿ ਫੰਡਾਮੈਂਟਲ ਰਾਈਟਸ ਕਿਹੜੇ ਕਿਹੜੇ ਨੇ, ਜਾਂ ਉਹਦੇ 'ਚ ਕੀ ਕੀ ਗੱਲ ਲਿਖੀ ਹੈ, ਜਾਂ ਡਾਇਰੈਕਟਿਵ ਪ੍ਰਿੰਸੀਪਲਸ 'ਚ ਕੀ ਕੀ ਲਿਖਿਆ, ਕਿਉਂਕਿ ਉਹਦੇ MCQ ਦੇ ਹਜੇ ਲੈਕਚਰ ਆਪਣੇ ਆਉਣੇ ਨੇ। ਤਾਂ ਇਹਦਾ ਜ਼ਿਕਰ ਫੰਡਾਮੈਂਟਲ ਰਾਈਟਸ 'ਚ ਨਹੀਂ ਹੈਗਾ, ਡਾਇਰੈਕਟਿਵ ਪ੍ਰਿੰਸੀਪਲਸ ਦੇ ਵਿੱਚ ਆ, ਜਿਹੜੇ ਯਾਨੀ ਕਿ ਆਪਾਂ ਕਹਿ ਲਈਏ ਨਿਰਦੇਸ਼ਕ ਸਿਧਾਂਤ ਨੇ ਜਾਂ ਮੌਲਿਕ ਸਿਧਾਂਤ ਨੇ, ਉਹਨਾਂ ਦੇ ਵਿੱਚ ਅਤੇ ਪ੍ਰਸਤਾਵਨਾ ਦੋਨਾਂ ਦੇ ਵਿੱਚ ਇਸ ਨਿਆਂ ਦੇਣ ਦੀ ਗੱਲ ਆਉਂਦੀ ਹੈ। ਅੱਗੇ ਆ ਜਾਓ, ਕਹਿੰਦਾ ਵਿਚ ਆਫ ਦਾ ਫੋਲੋਇੰਗ ਫੈਕਟਰਸ ਕੰਸਟੀਟਿਊਟਸ ਦ ਬੈਸਟ ਸੇਫਗਾਰਡ ਆਫ ਲਿਬਰਟੀ ਇਨ ਏ ਲਿਬਰਲ ਡੈਮੋਕ੍ਰੇਸੀ। ਬੜਾ ਇੰਪੋਰਟੈਂਟ ਹੈ। ਇਹਨਾਂ ਦੇ ਵਿੱਚੋਂ ਕਿਹੜਾ ਇੱਕ ਉਦਾਰ ਲੋਕਤੰਤਰ ਵਿੱਚ ਆਜ਼ਾਦੀ ਦਾ ਸਭ ਤੋਂ ਵਧੀਆ ਸੁਰੱਖਿਆ ਦਾ ਗਠਨ ਕਰਦਾ ਹੈ? ਮਤਲਬ ਇੱਕ ਬੈਸਟ ਚੀਜ਼ ਹੈ ਜਿਹੜੀ ਲਿਬਰਟੀ ਦਿਖਾਉਂਦਾ ਹੈ ਇੱਕ ਲਿਬਰਲ ਡੈਮੋਕ੍ਰੇਸੀ ਦੇ ਵਿੱਚ। ਲਿਬਰਲ ਡੈਮੋਕ੍ਰੇਸੀ ਮਤਲਬ ਉਦਾਰ ਵਾਲੀ ਲੋਕਤੰਤਰ, ਜਿੱਥੇ ਸਾਰਿਆਂ ਨੂੰ ਬਰਾਬਰ ਲੈ ਕੇ ਚੱਲਿਆ ਜਾਂਦਾ। ਕਮਿਟਡ ਜੁਡੀਸ਼ਰੀ, ਸੈਂਟਰਲਾਈਜੇਸ਼ਨ ਆਫ ਪਾਵਰ। ਬਈ ਜੇ ਕੇਂਦਰੀਕਰਨ ਕੀਤਾ ਜਾਊ ਤਾਕਤਾਂ ਦਾ ਤਾਂ ਉਹ ਤਾਂ ਕੋਈ ਮਤਲਬ ਹੀ ਨਹੀਂ ਰੱਖਦਾ, ਫਿਰ ਤਾਂ ਤੁਸੀਂ ਕਿੱਥੋਂ ਦੀ ਤੁਹਾਡੀ ਲਿਬਰਲ ਡੈਮੋਕ੍ਰੇਸੀ ਹੋ ਗਈ, ਮਤਲਬ ਕਿੱਥੋਂ ਦੀ ਤੁਹਾਡੀ ਉਦਾਰਵਾਦੀ ਵਾਲੀ ਹੋ ਗਈ ਵੀ ਕੇਂਦਰ ਤਾਕਤਵਰ ਹੈ, ਹੋਰ ਕਿਸੇ ਕੋਲੇ ਪਾਵਰ ਹੀ ਨਹੀਂ। ਇਲੈਕਟਿਡ ਗੌਰਮੈਂਟ ਹੋਣੀ ਚਾਹੀਦੀ ਆ, ਇਲੈਕਟਿਡ ਗੌਰਮੈਂਟ ਇਕੱਲੀ ਨਾਲ ਵੀ ਨਹੀਂ ਕੰਮ ਚੱਲਦਾ। ਹੁਣ ਨਾ ਸੈਪਰੇਸ਼ਨ ਆਫ ਪਾਵਰਸ ਇਜ਼ ਮਸਟ। ਹੁਣ ਸੈਪਰੇਸ਼ਨ ਆਫ ਪਾਵਰ ਦਾ ਮਤਲਬ ਕੀ ਹੈ ਪਹਿਲਾਂ ਇਹ ਸਮਝੋ। ਸਾਡੇ ਨਾ ਦੇਖੋ ਟੋਟਲ ਸਾਡੇ ਸਿਸਟਮ ਦੇ ਵਿੱਚ 3 ਬੋਡੀਜ਼ ਨੇ ਜਿਹੜੀਆਂ ਕੰਮ ਕਰਦੀਆਂ ਹੁੰਦੀਆਂ ਨੇ। ਇੱਕ ਬੋਡੀ ਨੂੰ ਅਸੀਂ ਕਹਿ ਦਿੰਦੇ ਹਾਂ ਵਿਧਾਨ ਪਾਲਿਕਾ, ਯਾਨੀ ਕਿ ਲੈਜਿਸਲੇਚਰ, ਜਿਨ੍ਹਾਂ ਨੇ ਕਾਨੂੰਨ ਬਣਾਉਣਾ। ਜਿਵੇਂ ਸੰਸਦ ਦੀ ਗੱਲ ਕਰ ਲਈਏ ਆਪਾਂ, ਲੋਕ ਸਭਾ, ਰਾਜ ਸਭਾ, ਉਹ ਸੰਸਦ ਸਾਡੀ ਵਿਧਾਨ ਪਾਲਿਕਾ ਲੈਜਿਸਲੇਚਰ ਹੈ। ਇੱਕ ਹੁੰਦਾ ਐਗਜ਼ੈਕਟਿਵ, ਜਿਨ੍ਹਾਂ ਨੇ ਉਹ ਬਣੇ ਹੋਏ ਕਾਨੂੰਨਾਂ ਨੂੰ ਲਾਗੂ ਕਰਨਾ, ਕਾਰਜਕਾਲਿਤਾ ਕਰਨੀ ਹੈ, ਯਾਨੀ ਕਿ ਉਹ ਐਗਜ਼ੈਕਟਿਵ ਜਿਹੜੇ ਤੁਹਾਡੇ IAS PCS ਹੁੰਦੇ ਨੇ ਇਹ ਐਗਜ਼ੈਕਟਿਵ ਵਾਲੇ ਹਿੱਸੇ 'ਚ ਆ ਜਾਂਦੇ ਨੇ। ਮੰਤਰਾਲੇ ਹੁੰਦੇ ਨੇ ਸਾਡੇ, ਮਿਨਿਸਟਰੀਜ਼, ਉਹ ਵੀ ਐਗਜ਼ੈਕਟਿਵ 'ਚ ਆਉਂਦੀਆਂ ਨੇ। ਤੀਜੀ ਚੀਜ਼ ਹੁੰਦੀ ਹੈ ਸਾਡੇ ਕੋਲ ਜੁਡੀਸ਼ਰੀ, ਨਿਆਏ। ਹੁਣ ਇਹ ਤਿੰਨਾਂ ਦਾ ਇੰਡੀਪੈਂਡੈਂਟ ਹੋਣਾ, ਇੱਕ ਦੂਜੇ ਦੇ ਉੱਤੇ ਨਿਰਭਰਤਾ ਨਾ ਹੋਣੀ ਬਹੁਤ ਜ਼ਰੂਰੀ ਹੈ। ਅਮਰੀਕਾ ਦਾ ਮਾਡਲ ਇਸੇ ਚੀਜ਼ 'ਤੇ ਕੰਮ ਕਰਦਾ ਹੈ ਕਿ ਤਿੰਨੋਂ ਇੰਡੀਪੈਂਡੈਂਟ ਨੇ। ਪਰ ਸਾਡੇ ਦੇਸ਼ 'ਚ ਪਤਾ ਕਿਵੇਂ ਆ? ਸਾਡੇ ਦੇਸ਼ ਦੇ ਵਿੱਚ ਆਹ ਦੋਨੋਂ ਓਵਰਲੈਪ ਕਰਦੇ ਨੇ ਥੋੜ੍ਹੇ ਜਿਹੇ, L ਅਤੇ E, ਯਾਨੀ ਕਿ ਲੈਜਿਸਲੇਚਰ ਵਿਧਾਨ ਪਾਲਿਕਾ ਅਤੇ ਐਗਜ਼ੈਕਟਿਵ। ਜੁਡੀਸ਼ਰੀ ਪੂਰੀ ਤਰ੍ਹਾਂ ਨਾਲ ਇੰਡੀਪੈਂਡੈਂਟ ਹੈ। ਕਿਵੇਂ? ਹੁਣ ਤੁਸੀਂ ਇੱਕ ਚੀਜ਼ ਦੇਖੋ, ਲੈਜਿਸਲੇਚਰ ਜੇ ਮੈਂ ਸੈਂਟਰ 'ਚ ਗੱਲ ਕਰਾਂ, ਲੈਜਿਸਲੇਚਰ 'ਚ ਕੌਣ ਬੈਠਦੇ ਨੇ? MP, ਲੋਕ ਸਭਾ ਅਤੇ ਰਾਜ ਸਭਾ ਦੇ ਵਿੱਚ। ਐਗਜ਼ੈਕਟਿਵ ਦੇ ਵਿੱਚ ਇੱਕ ਹਿੱਸਾ ਤਾਂ ਆਹ ਜਿਹੜਾ ਬਾਹਰਲਾ ਹਿੱਸਾ ਇਹ ਤਾਂ ਆ ਗਿਆ IAS ਲੋਬੀ, IPS ਲੋਬੀ, ਅਫਸਰਾਂ ਵਾਲਾ, ਜਿਨ੍ਹਾਂ ਨੇ ਲਾਗੂ ਕਰਨੇ ਕਾਨੂੰਨ। ਜਿਹੜਾ ਆਹ ਮੈਂ ਡਾਰਕ ਕਰ ਰਿਹਾ ਇਹ ਕਿਹੜਾ ਹਿੱਸਾ ਆ ਗਿਆ? ਇਹ ਮੰਤਰੀ ਆ ਗਏ। ਤਾਂ ਮੰਤਰੀ ਵੀ ਤਾਂ ਕਿਹੜੇ ਬਣਦੇ ਨੇ? ਇਹਨਾਂ 'ਚੋਂ ਹੀ ਬਣਦੇ ਨੇ ਜਿਹੜੇ ਲੈਜਿਸਲੇਚਰ 'ਚ ਬੈਠੇ ਹੁੰਦੇ ਨੇ। ਜਿਹੜੇ MP ਨੇ ਇਹਨਾਂ ਦੇ ਵਿੱਚੋਂ ਵੀ ਕੁਛ ਨਾ ਕੁਛ, ਗਡਕਰੀ ਸਾਹਿਬ ਜਾਂ ਫਿਰ ਤੁਸੀਂ ਨਿਰਮਲਾ ਸੀਤਾਰਮਨ, ਇਹ ਲੋਕ ਸਭਾ 'ਚ ਵੀ ਨੇ ਜਾਂ ਰਾਜ ਸਭਾ 'ਚ ਵੀ ਨੇ, ਅਤੇ ਨਾਲ ਨਾਲ ਇਹਨਾਂ ਕੋਲ ਮੰਤਰੀ ਪਦ ਵੀ ਹੈਗਾ। ਤਾਂ ਇਸ ਕਰਕੇ ਆਹ ਹਿੱਸਾ ਥੋੜ੍ਹਾ ਜਿਹਾ ਓਵਰਲੈਪ ਕਰਦਾ ਸਾਡੇ ਦੇਸ਼ ਦੇ ਕੰਟੈਕਸਟ 'ਚ। ਪਰ ਜੁਡੀਸ਼ਰੀ ਪੂਰੀ ਤਰ੍ਹਾਂ ਨਾਲ ਇੰਡੀਪੈਂਡੈਂਟ ਹੈ। ਜੁਡੀਸ਼ਰੀ ਦਾ ਨਾ ਇਹਦੇ ਨਾਲ ਲੈਣਾ ਦੇਣਾ, ਨਾ ਇਹਦੇ ਨਾਲ ਲੈਣਾ ਦੇਣਾ। ਇਹਨੂੰ ਹੀ ਕਹਿ ਦਿੰਦੇ ਹਾਂ ਅਸੀਂ ਸੈਪਰੇਸ਼ਨ ਆਫ ਪਾਵਰ, ਪਾਵਰਾਂ ਦਾ ਵੱਖ ਕਰਨਾ, ਇੱਕ ਜਗ੍ਹਾ 'ਤੇ ਫਿਊਜ਼ ਨਾ ਕਰਨਾ, ਕਿਉਂਕਿ ਫਿਰ ਦੇਸ਼ ਲਈ ਖਤਰਨਾਕ ਸਿੱਧ ਹੋ ਸਕਦਾ ਹੈ ਜੇ ਅੱਗੇ ਸਾਰੀਆਂ ਪਾਵਰਾਂ ਫਿਊਜ਼ ਕਰ ਜਾਣ। ਕਿਉਂਕਿ ਅੱਜ ਦੇ ਟਾਈਮ 'ਚ ਜੇ ਇਹ ਧੱਕਾ ਕਰਦਾ ਹੈ ਤਾਂ ਘੱਟੋ ਘੱਟ ਲੋਕਾਂ ਕੋਲ ਆਹ ਰਾਹ ਤਾਂ ਬਚਦਾ ਜੁਡੀਸ਼ਰੀ ਕੋਲ ਜਾਣ ਵਾਲਾ। ਜੇ ਸਾਰੀ ਇੱਕ ਦੂਜੇ ਨਾਲ ਫਿਊਜ਼ ਕਰ ਗਈਆਂ ਫਿਰ ਕਿੱਧਰ ਲੋਕ ਜਾਣਗੇ? ਸਮਝੇ? ਇਹ ਇਸ ਐਂਗਲ ਤੋਂ ਸਵਾਲ ਹੈ, ਥੋੜ੍ਹਾ ਜਿਹਾ ਡਿਫੀਕਲਟ ਸਵਾਲ ਹੈ ਪਰ ਗੱਲ ਸਮਝਣ ਵਾਲੀ ਹੈ। ਲਓ ਜੀ ਅੱਗੇ ਚੱਲਦੇ ਹਾਂ। ਅਗਲਾ ਸਾਡੇ ਕੋਲ ਆ ਗਿਆ ਕਿ ਵਨ ਆਫ ਦਾ ਇੰਪਲੀਕੇਸ਼ਨਸ ਆਫ ਇਕੁਐਲਿਟੀ ਇਨ ਸੋਸਾਇਟੀ ਇਜ਼ ਐਬਸੈਂਸ ਆਫ। ਕੀ ਹੈ? ਕਿ ਸਮਾਜ ਵਿੱਚ ਸਮਾਨਤਾ ਦੇ ਪ੍ਰਭਾਵਾਂ ਵਿੱਚੋਂ ਇੱਕ ਦੀ ਅਣਹੋਂਦ ਹੈ। ਸਭ ਤੋਂ ਇੰਪਲੀਕੇਸ਼ਨਸ ਕੀ ਨੇ ਇਕੁਐਲਿਟੀ ਨੂੰ ਲੈ ਕੇ ਸੋਸਾਇਟੀ ਦੇ ਵਿੱਚ? ਉਹਨੇ ਪ੍ਰਿਵਿਲੇਜਸ, ਵਿਸ਼ੇਸ਼ ਅਧਿਕਾਰ, ਕਿਉਂਕਿ ਉਹ ਇਹਦੇ 'ਤੇ ਧੱਬਾ ਨੇ। ਹੁਣ ਤੁਸੀਂ ਐਂ ਕਹ ਲਓ ਕਿ ਜਿਹੜੀਆਂ ਕਿ ਸੋਸਾਇਟੀ ਦੇ ਵਿੱਚ ਇਕੁਐਲਿਟੀ ਨੂੰ ਖ਼ਤਮ ਕਰਨ ਦੀ ਗੱਲ ਕਰਦੀਆਂ ਨੇ। ਵੈਸੇ ਤਾਂ ਅਸੀਂ ਕਹਿੰਦੇ ਹਾਂ ਕਿ ਸਮਾਜ ਦੇ ਵਿੱਚ ਬਰਾਬਰਤਾ ਹੋਣੀ ਚਾਹੀਦੀ ਹੈ, ਸਮਾਨਤਾ ਹੋਣੀ ਚਾਹੀਦੀ ਹੈ, ਪਰ ਜਿਹੜੇ ਕੁਝ ਚੁਣਿੰਦਾ ਲੋਕਾਂ ਨੂੰ ਤੁਸੀਂ ਨੇ ਪ੍ਰਿਵਿਲੇਜਸ ਦੇ ਰੱਖੇ ਨੇ, ਵਿਸ਼ੇਸ਼ ਅਧਿਕਾਰ ਦੇ ਰੱਖੇ ਨੇ, ਉਹਨਾਂ ਦਾ ਕੀ? ਜਿਵੇਂ ਰਾਜਪਾਲ ਹੈ ਤੁਹਾਡਾ, ਯਾਨੀ ਕਿ ਗਵਰਨਰ, ਅਤੇ ਪ੍ਰੈਜ਼ੀਡੈਂਟ ਹੈ।
ਜੇ ਉਹ ਕੋਈ ਗੁਨਾਹ ਕਰਦੇ ਨੇ, ਖਾਸ ਕਰ ਜੇ ਸਿਵਲ ਕੇਸ ਆ ਉਹਨਾਂ ਦੇ ਉੱਤੇ, ਜਿੰਨਾ ਚਿਰ ਉਹ ਦਫ਼ਤਰ 'ਚ ਬੈਠੇ ਨੇ ਉਨਾ ਚਿਰ ਉਹਨਾਂ ਦੇ ਉੱਤੇ ਡਾਇਰੈਕਟ ਇਹ ਕਾਰਵਾਈ ਹੋ ਨਹੀਂ ਸਕਦੀ, ਉਹਨਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾ ਸਕਦਾ, ਉਹਨਾਂ ਦੇ ਉੱਤੇ ਇੱਦਾਂ ਹੀ ਕੋਈ ਕੇਸ ਵੀ ਨਹੀਂ ਚਲਾਇਆ ਜਾ ਸਕਦਾ ਬਿਨਾਂ ਕੋਈ ਬਹੁਤਾ ਕੁਛ ਪਾਰਲੀਮੈਂਟ ਦੀ ਇਨਵੋਲਵਮੈਂਟ ਜਾਂ ਸੁਪਰੀਮ ਕੋਰਟ ਦੀ ਇਨਵੋਲਵਮੈਂਟ ਤੇ ਬਿਨਾਂ। ਤਾਂ ਇਹ ਇਹਨਾਂ ਨੂੰ ਇੱਕ ਪ੍ਰਿਵਿਲੇਜਸ ਹੀ ਹੈ। ਫਿਰ ਸੰਸਦ ਦੇ ਵਿੱਚ ਜਿਹੜੇ ਸਾਂਸਦ ਨੇ, ਸਾਡੇ MP ਨੇ, ਉਹ ਕੁਛ ਵੀ ਬੋਲ ਸਕਦੇ ਨੇ, ਉਹਨਾਂ ਦੀ ਬੋਲਣ 'ਤੇ ਕੋਈ ਮਨਾਹੀ ਨਹੀਂ, ਕਿਸੇ ਦੀ ਨਿੰਦਿਆ ਵੀ ਕਰ ਸਕਦੇ ਨੇ, ਉਹ ਵਿਸ਼ੇਸ਼ ਅਧਿਕਾਰ ਨੇ। ਹੋਰ ਕਿੰਨੇ ਤਰ੍ਹਾਂ ਦੀਆਂ ਵਿਸ਼ੇਸ਼ ਚੀਜ਼ਾਂ ਉਹਨਾਂ ਨੂੰ ਮਿਲੀਆਂ ਹੋਈਆਂ ਨੇ ਜੀ, 32 ਵਾਲੀਆਂ ਗੱਡੀਆਂ ਨੇ, ਬਾਡੀਗਾਰਡ ਨੇ, ਫਲਾਣਾ ਨੇ, ਸਾਰੇ ਵਿਸ਼ੇਸ਼ ਅਧਿਕਾਰੀ ਨੇ। ਤਾਂ ਇਹੀ ਜਿਹੜੀਆਂ ਇਹਨਾਂ ਨੂੰ ਪ੍ਰਿਵਿਲੇਜਸ ਕਹਿ ਦਿੰਦੇ ਆ, ਇਹੀ ਕੀ ਨੇ, ਇੰਪਲੀਕੇਸ਼ਨਸ ਨੇ। ਠੀਕ ਹੈ, ਇੱਕ ਅਣਹੋਂਦ ਕਹਿ ਸਕਦੇ ਹੋ ਜਿਹੜੇ ਖ਼ਤਮ ਕਰਨ ਦਾ ਕੰਮ ਕਰਦੇ ਨੇ ਇਕੁਐਲਿਟੀ ਨੂੰ ਸੋਸਾਇਟੀ ਦੇ ਵਿੱਚ। ਅੱਗੇ ਆ ਜਾਓ, ਕੌਨਸਟੀਟਿਊਸ਼ਨਲ ਗਵਰਨਮੈਂਟ ਦਾ ਮਤਲਬ ਕੀ ਹੈ? ਕੌਨਸਟੀਟਿਊਸ਼ਨਲ ਗਵਰਨਮੈਂਟ ਦਾ ਮਤਲਬ ਸਿੰਪਲੀ ਹੈ, ਇਹ ਬਹੁਤ ਵਾਰ ਕੁਐਸਚਨ ਰਿਪੀਟ ਹੋਇਆ, ਬਹੁਤ ਪੇਪਰਾਂ 'ਚ ਰਿਪੀਟ ਹੋਇਆ ਵੱਖਰੇ ਵੱਖਰੇ ਢੰਗ ਨਾਲ। ਹੁਣ ਮੈਨੂੰ ਸਮਝਣ ਦੀ ਕੋਸ਼ਿਸ਼ ਕਰਿਓ। ਕੌਨਸਟੀਟਿਊਸ਼ਨਲ ਗਵਰਨਮੈਂਟ ਦਾ ਮਤਲਬ, ਸੰਵਿਧਾਨਕ ਸਰਕਾਰ ਦਾ ਮਤਲਬ ਕੀ ਹੈ? ਇੱਕ ਰਿਪਰੈਜ਼ੈਂਟੇਟਿਵ ਗਵਰਨਮੈਂਟ ਆਫ ਨੇਸ਼ਨ ਵਿਦ ਫੈਡਰਲ ਸਟਰਕਚਰ, ਇਹੋ ਜਿਹੀ ਸਰਕਾਰ ਜਿਹਦਾ ਫੈਡਰਲ ਸਟਰਕਚਰ ਹੋਵੇ, ਸੰਘੀ ਢਾਂਚਾ ਹੋਵੇ, ਮਤਲਬ ਸਟੇਟ ਵਾਲਾ, ਸਟੇਟਸ ਹੋਣ ਅਤੇ ਕੇਂਦਰ ਹੋਵੇ, ਉਵੇਂ ਵਾਲਾ ਸੰਘੀ ਢਾਂਚੇ ਦੀ ਗੱਲ ਕਰ ਰਿਹਾ। ਇੱਕ ਗਵਰਨਮੈਂਟ ਜਿਹਦਾ ਹੈੱਡ ਕੋਲੇ ਸਿਰਫ ਨੋਮੀਨਲ ਪਾਵਰਸ ਹੋਣ, ਅਸਲੀ ਤਾਕਤਾਂ ਨਾ ਹੋਣ, ਨਾਮ ਦੀਆਂ ਹੀ ਤਾਕਤਾਂ ਹੋਣ, ਜਿਵੇਂ ਸਾਡੇ ਰਾਸ਼ਟਰਪਤੀ ਕੋਲੇ ਹੈ। ਰਾਸ਼ਟਰਪਤੀ ਸਾਡਾ ਨੋਮੀਨਲ ਹੈੱਡ ਹੈ, ਠੀਕ ਹੈ, ਨਾਮ ਦਾ ਹੀ ਹੈੱਡ ਹੈ, ਪਰ ਅਸਲੀ ਰੀਅਲ ਪਾਵਰ ਕਿਹਦੇ ਕੋਲੇ ਹੈ? ਅਸਲੀ ਪਾਵਰ ਉਹ PM ਕੋਲੇ ਹੈ, ਪ੍ਰਾਈਮ ਮਿਨਿਸਟਰ ਕੋਲੇ ਹੈ। ਤਾਂ ਇੱਕ ਇਹੋ ਜਿਹੀ ਗਵਰਨਮੈਂਟ ਜਿਹਦੇ ਕੋਲੇ ਨੋਮੀਨਲ ਪਾਵਰਸ ਹੋਣ, ਉਹਨੂੰ ਕੌਨਸਟੀਟਿਊਸ਼ਨਲ ਗਵਰਨਮੈਂਟ ਕਹਿੰਦੇ ਆ। ਜਾਂ ਇੱਕ ਇਹੋ ਜਿਹੀ ਸਰਕਾਰ ਜਿਹਦਾ ਹੈੱਡ ਕੋਲੇ ਅਸਲੀ ਪਾਵਰਾਂ ਹੋਣ, ਜਿਵੇਂ PM ਕੋਲੇ ਹੁੰਦੇ ਆ, ਉਹਨੂੰ ਕੌਨਸਟੀਟਿਊਸ਼ਨਲ ਗਵਰਨਮੈਂਟ ਕਹਿੰਦੇ ਆ। ਜਾਂ ਇੱਕ ਇਹੋ ਜਿਹੀ ਸਰਕਾਰ ਜਿਹਦੇ 'ਤੇ ਲਿਮਟਾਂ ਲਾਉਂਦਾ ਹੋਵੇ, ਕੌਨਸਟੀਟਿਊਸ਼ਨ। ਲਿਮਿਟ ਲਾਉਣ ਦਾ ਮਤਲਬ ਕਿ ਉਹ ਉਹਨੂੰ ਰੋਕਦਾ ਹੋਵੇ ਕਿਸੇ ਨਾ ਕਿਸੇ ਤਰੀਕੇ ਦਾ ਧੱਕਾ ਕਰਨ ਤੋਂ, ਕੌਨਸਟੀਟਿਊਸ਼ਨ, ਉਹਨੂੰ ਕੌਨਸਟੀਟਿਊਸ਼ਨਲ ਗਵਰਨਮੈਂਟ ਕਹਿੰਦੇ ਆ। ਆਹੀ ਇਹਦਾ ਆਨਸਰ ਹੈ। ਲਿਮਟਿਡ ਗਵਰਨਮੈਂਟ ਸ਼ਬਦ ਆਇਆ ਇੱਕ, ਲਿਮਟਿਡ ਗਵਰਨਮੈਂਟ ਮਤਲਬ ਸੀਮਿਤ ਸਰਕਾਰ। ਕਾਹਦੇ ਨਾਲ ਸੀਮਿਤ? ਕੌਨਸਟੀਟਿਊਸ਼ਨ ਦੇ ਹਿਸਾਬ ਨਾਲ। ਜੋ ਸੰਵਿਧਾਨ 'ਚ ਲਿਖਤਾ, ਸੰਵਿਧਾਨ ਨੇ ਲਿਖਤਾ ਕਿ ਬਿੱਲ ਐਵੇਂ ਹੀ ਪਾਸ ਹੋਊਗਾ। ਜੇ ਰਾਜ ਸਭਾ ਦੇ ਵਿੱਚੋਂ 75% ਲੋਕ ਹਾਂ ਕਰਨਗੇ ਅਤੇ ਅੱਧੀਆਂ ਸਟੇਟਾਂ ਹਾਂ ਕਰਨਗੀਆਂ, ਤਾਂ ਹੀ ਕਿਤੇ ਜਾ ਕੇ GST ਲਾਗੂ ਹੋ ਸਕਦਾ, ਨਹੀਂ ਲਾਗੂ ਹੋ ਸਕਦਾ। ਤਾਂ ਉਹ ਉਵੇਂ ਹੀ ਲਾਗੂ ਹੋ ਸਕਦਾ। ਫਿਰ ਉੱਥੇ ਸਰਕਾਰ ਮਨਮਰਜ਼ੀ ਨਹੀਂ ਕਰ ਸਕਦੀ, ਸਰਕਾਰ ਦੀ ਪਾਵਰ ਘਟ ਜਾਂਦੀ ਹੈ ਸੰਵਿਧਾਨ ਦੀਆਂ ਸ਼ਰਤਾਂ ਦੇ ਮੁਤਾਬਕ। ਅਤੇ ਉਹੀ ਸਾਡੇ ਕੋਲੇ ਕੌਨਸਟੀਟਿਊਸ਼ਨਲ ਗਵਰਨਮੈਂਟ ਕਹਾਉਂਦਾ। ਮੈਂ ਉਮੀਦ ਕਰਦਾ ਗੱਲ ਕਲੀਅਰ ਹੋ ਗਈ ਹੋਊਗੀ। ਅੱਗੇ ਆ ਜਾਓ, ਅਗਲੇ ਕੁਐਸਚਨ 'ਤੇ ਮੂਵ ਕਰਦੇ ਹਾਂ। ਨੈਕਸਟ ਕੁਐਸਚਨ ਕੀ ਹੈ ਸਾਡੇ ਕੋਲੇ? ਕਿੰਨੇ ਤਰ੍ਹਾਂ ਦੇ ਜਸਟਿਸ ਦੇਣ ਦੀ ਗੱਲ ਕੀਤੀ ਗਈ ਹੈ ਸਾਡੇ ਪ੍ਰਸਤਾਵਨਾ ਦੇ ਵਿੱਚ? ਤਾਂ ਪਹਿਲਾਂ ਹੀ ਗੱਲ ਹੋ ਗਈ 3 ਤਰ੍ਹਾਂ ਦੇ, ਹੈ ਨਾ। ਤਾਂ ਕਿਹੜੇ ਕਿਹੜੇ ਸੀਗੇ? ਇਕਨੋਮਿਕ ਜਸਟਿਸ, ਸੋਸ਼ਲ ਜਸਟਿਸ, ਅਤੇ ਤੀਜਾ ਕਿਹੜਾ ਜਸਟਿਸ ਸੀਗਾ? ਪੋਲੀਟੀਕਲ ਜਸਟਿਸ। ਯਾਨੀ ਕਿ ਸਾਡੇ ਕੋਲੇ ਆਰਥਿਕ, ਸਮਾਜਿਕ ਅਤੇ ਰਾਜਨੀਤਿਕ ਨਿਆਂ ਦੇਣ ਦੀ ਗੱਲ ਕੀਤੀ ਗਈ ਹੈ ਸਾਡੀ ਪ੍ਰਸਤਾਵਨਾ ਦੇ ਵਿੱਚ। ਹੁਣ ਇਹਨਾਂ ਦੇ ਵਿੱਚੋਂ ਕਿਹੜਾ ਪਾਰਟ ਆ ਸੰਵਿਧਾਨ ਦਾ ਜਿਹਨੂੰ ਸੋਲ ਆਫ ਕੌਨਸਟੀਟਿਊਸ਼ਨ ਕਿਹਾ ਗਿਆ? ਠੀਕ ਹੈ, ਹੁਣ ਇੱਕ ਸਵਾਲ ਬਣਦਾ ਹੁੰਦਾ ਕਿਹਨੂੰ ਹਾਰਟ ਐਂਡ ਸੋਲ ਕਿਹਾ ਗਿਆ। ਇਹ ਦੋਨਾਂ 'ਚ ਫਰਕ ਹੈ, ਯਾਦ ਰੱਖਿਓ। ਆਰਟੀਕਲ ਜਿਹੜਾ 32 ਆ ਨਾ, ਅਨੁਛੇਦ ਸਾਡਾ 32, ਜਿਹਦੇ ਵਿੱਚ ਰਿਟਾਂ ਆਉਂਦੀਆਂ ਨੇ ਸਾਰੀਆਂ, ਉਹ 5 ਤਰ੍ਹਾਂ ਦੀਆਂ ਰਿਟਸ ਜਿਹੜੀਆਂ ਕਿ ਆਪਾਂ ਫੰਡਾਮੈਂਟਲ ਰਾਈਟ, ਮੁੱਢਲੇ ਅਧਿਕਾਰਾਂ ਦੇ ਵਿੱਚ ਬੜੀ ਡਿਟੇਲ ਦੇ ਵਿੱਚ ਪੜ੍ਹਾਂਗੇ ਵੀ। ਤਾਂ ਉਹ ਰਿਟਾਂ ਨੂੰ BR ਅੰਬੇਦਕਰ ਸਾਹਿਬ ਨੇ ਕਿਹਾ ਸੀ ਕਿ ਇਹ ਸਾਡੇ ਸੰਵਿਧਾਨ ਦੀਆਂ ਹਾਰਟ ਅਤੇ ਸੋਲ ਨੇ, ਦਿਲ ਅਤੇ ਰੂਹ ਨੇ ਇਹ ਸਾਡੇ ਸੰਵਿਧਾਨ ਦੀਆਂ। ਅਤੇ ਇੱਕ ਇਹੋ ਜਿਹੀ ਵੀ ਹੈ ਜਿਹਨੂੰ ਇਕੱਲੀ ਰੂਹ ਕਿਹਾ ਸੀ ਕਿ ਇਹ ਰੂਹ ਹੈ। ਤਾਂ ਰੂਹ ਤਾਂ ਦੇਖੋ ਜੀ, ਜਿਹੜਾ ਕਿਹਾ ਸੀਗਾ ਪ੍ਰੀਐਂਬਲ ਨੂੰ ਕਿਹਾ ਸੀ, ਇਹਨੂੰ ਯਾਦ ਰੱਖਿਓ। ਅਤੇ ਹਾਰਟ ਅਤੇ ਸੋਲ ਨੂੰ ਲੈ ਕੇ ਜ਼ਿਆਦਾ ਸਵਾਲ ਬਣਦਾ ਹੁੰਦਾ, ਅਤੇ ਹਾਰਟ ਅਤੇ ਸੋਲ ਆਰਟੀਕਲ 32 ਨੂੰ ਕਿਹਾ ਸੀ। ਦੋਨਾਂ 'ਚ ਕਨਫਿਊਜ਼ ਹੋਣ ਦੀ ਲੋੜ ਨਹੀਂ ਹੈਗੀ। ਤਾਂ ਦੋਨਾਂ ਦਾ ਵੱਖਰੇ ਵੱਖਰੇ ਢੰਗ ਨਾਲ ਕੁਐਸਚਨ ਬਣਦਾ ਅਤੇ ਵੱਖਰਾ ਵੱਖਰਾ ਇਹਨਾਂ ਦਾ ਆਨਸਰ ਬਣਦਾ। ਉਮੀਦ ਕਰਦਾ ਗੱਲ ਕਲੀਅਰ ਹੋ ਗਈ ਹੋਊਗੀ। ਅੱਗੇ ਆ ਜਾਓ, ਜਿਹੜਾ ਸੈਕੂਲਰ ਸ਼ਬਦ ਹੈ ਸੰਵਿਧਾਨ ਦੇ ਵਿੱਚ ਇਨਸਰਟ ਹੋਇਆ ਸੀਗਾ ਕਿਵੇਂ? ਕੋਈ ਸੋਧ ਦਿੱਤੀ ਹੋਊ ਵੀ ਕਿਹੜੀ ਸੋਧ ਦੇ ਤਹਿਤ ਐਡ ਹੋਇਆ ਸੀਗਾ? ਤਾਂ ਇਹਦਾ ਕਰੈਕਟ ਆਨਸਰ ਸਾਡੇ ਕੋਲੇ ਕੀ ਬਣਦਾ ਜੀ? ਇਹਦਾ ਕਰੈਕਟ ਆਨਸਰ ਬਣਦਾ 42ਵੀਂ ਸੋਧ। 42ਵੀਂ ਸੋਧ ਦੇ ਨਾਲ ਕਿਹੜੇ ਕਿਹੜੇ ਸ਼ਬਦ ਜੋੜੇ ਗਏ ਸੀ? SSI, ਸੈਕੂਲਰ, ਸੋਸ਼ਲਿਜ਼ਮ ਅਤੇ ਇੰਟੀਗ੍ਰਿਟੀ, ਆਹ 3 ਸ਼ਬਦ ਜੁੜੇ ਸੀ। ਠੀਕ ਹੈ, ਤਾਂ ਇਹ ਜ਼ਰੂਰ ਯਾਦ ਰੱਖਣੇ ਆ। ਅਤੇ ਇੱਕ ਗੱਲ ਇਹ ਵੀ ਹੁੰਦਾ, ਜਿਵੇਂ ਇਸ ਸ਼ਬਦ ਕਿਹੜੇ ਕਿਹੜੇ ਨੇ? ਸੋਸ਼ਲਿਜ਼ਮ ਜਾਂ ਸੋਸ਼ਲਿਸਟ, ਸੈਕੂਲਰ, ਸੋਬਰਨ, ਡੈਮੋਕ੍ਰੇਟਿਕ, ਰਿਪਬਲਿਕ, ਆਹੀ ਸ਼ਬਦ ਹੁੰਦੇ ਨੇ ਸਾਡੇ ਕੋਲੇ।
ਹੁਣ ਕੋਈ ਸ਼ਬਦ ਰਹਿ ਤਾਂ ਨਹੀਂ ਗਿਆ? ਧਿਆਨ ਨਾਲ ਦੇਖੋ ਇੱਕ ਵਾਰ। ਸੈਕੂਲਰ ਹੋ ਗਿਆ, ਸੋਬਰਨ ਹੋ ਗਿਆ, ਸੋਸ਼ਲਿਸਟ ਹੋ ਗਿਆ, ਠੀਕ ਹੈ। ਅਤੇ ਹੋਰ ਕਿਹੜਾ ਰਹਿ ਗਿਆ ਸਾਡੇ ਕੋਲ? ਫਿਰ 5 ਹੀ ਹੁੰਦੇ ਨੇ ਸ਼ਬਦ। ਆਹ ਦੋ ਤਾਂ ਹੀ ਨੇ, DR ਯਾਨੀ ਕਿ ਡੈਮੋਕ੍ਰੈਟਿਕ ਰਿਪਬਲਿਕ। ਆਹ ਤੁਹਾਡੇ ਸੰਵਿਧਾਨ 'ਚ ਕਿਵੇਂ ਲਿਖੇ ਹੋਏ ਨੇ, ਮਤਲਬ ਪ੍ਰੀਐਂਬਲ 'ਚ ਕਿਵੇਂ ਨੇ? ਇਹਨਾਂ ਦੀ ਸੀਰੀਜ਼ ਪੁੱਛੀ ਜਾਂਦੀ ਹੈ ਕਿ ਐਂ ਸੀਕੁਐਂਸ 'ਚ ਦੱਸੋ ਕਿਵੇਂ ਲਿਖੇ ਹੁੰਦੇ ਨੇ। ਇਹਨੂੰ ਨਾ ਯਾਦ ਕਰਨ ਦਾ ਬੜਾ ਸੌਖਾ ਜਿਹਾ ਤਰੀਕਾ, ਜੇ ਮੈਂ ਡਿਕਸ਼ਨਰੀ ਦੇ ਹਿਸਾਬ ਨਾਲ ਦੇਖਾਂ ਤਾਂ ਕਿਵੇਂ ਬਣਦੇ ਨੇ ਇਹ ਡਿਕਸ਼ਨਰੀ ਦੇ ਹਿਸਾਬ ਨਾਲ? ਤੁਸੀਂ ਕਹੋਗੇ ਜੀ ਡਿਕਸ਼ਨਰੀ ਦੇ ਹਿਸਾਬ ਨਾਲ ਪਹਿਲਾਂ ਸੈਕੂਲਰ ਆਉਣਾ ਚਾਹੀਦਾ, ਕਿਉਂਕਿ S ਤੋਂ ਬਾਅਦ E ਆ ਗਿਆ। ਫਿਰ 2 ਆ SO ਹੀ ਨੇ, ਤਾਂ 2 SO ਦੇ ਹਿਸਾਬ ਨਾਲ ਜੇ ਆਪਾਂ ਦੇਖੀਏ ਤਾਂ ਪਹਿਲਾਂ ਮੇਰੇ ਕੋਲ ਕੀ ਬਣਦਾ? ਠੀਕ ਹੈ, ਪਹਿਲਾਂ ਮੇਰੇ ਕੋਲ ਸੋਸ਼ਲਿਸਟ ਬਣਦਾ, ਕਿਉਂਕਿ SO ਤੋਂ ਬਾਅਦ C ਆਉਂਦਾ, ਸੋਸ਼ਲਿਸਟ। ਫਿਰ ਮੇਰੇ ਕੋਲ ਕੀ ਬਣਦਾ? ਸੋਬਰਨ ਬਣਦਾ। ਆਹ ਇੱਕ ਸੀਕੁਐਂਸ ਬਣਦੀ ਹੈ ਨਾ, ਬਸ ਇਹਦਾ ਉਲਟਾ ਕਰ ਦਿਓ। ਮਤਲਬ ਕੀ ਕਰੋ, ਸੋਬਰਨ ਪਹਿਲਾਂ ਲਿਖੋ, ਸੋਸ਼ਲਿਸਟ ਤਾਂ ਆਪਣੀ ਥਾਂ 'ਤੇ ਆ ਜਾਊਗਾ ਅਤੇ ਸੈਕੂਲਰ ਇੱਥੇ ਆ ਜਾਊਗਾ। ਮਤਲਬ ਜੋ ਇਹਨਾਂ ਤਿੰਨਾਂ ਸ਼ਬਦਾਂ ਦਾ ਡਿਕਸ਼ਨਰੀ ਦੇ ਵਿੱਚ ਸੀਕੁਐਂਸ ਬਣਦਾ ਕਿ ਪਹਿਲਾਂ ਕਿਹੜਾ ਲਿਖਿਆ ਜਾਊ, ਉਹਦਾ ਜੇ ਉਲਟਾ ਲਿਖ ਦੋਗੇ ਤਾਂ ਇਸ ਤਰੀਕੇ ਨਾਲ ਲਿਖੇ ਹੋਏ ਨੇ। ਤੁਸੀਂ ਕਹੋਗੇ ਐਵੇਂ ਕਿਉਂ ਯਾਦ ਕਰਾ ਰਹੇ ਹੋ? ਉਹ ਬਈ ਪੇਪਰ ਜਦੋਂ ਦੇਣ ਜਾਂਦੇ ਹੋ ਇੰਨਾ ਪ੍ਰੈਸ਼ਰ ਹੁੰਦਾ, ਉੱਥੇ ਤੁਹਾਨੂੰ ਯਾਦ ਹੀ ਨਹੀਂ ਆਉਣਾ ਹੈਗਾ ਕਿ ਪਹਿਲਾਂ ਸੋਬਰਨ ਲਿਖਿਆ ਹੋਇਆ, ਫਿਰ ਸੋਸ਼ਲਿਸਟ ਲਿਖਿਆ ਹੋਇਆ, ਫਿਰ ਸੈਕੂਲਰ ਲਿਖਿਆ ਹੋਇਆ, ਕਿਉਂਕਿ ਆਪਸ਼ਨਾਂ ਵੀ ਇਹਨਾਂ ਨੇ ਐਂ ਦੇਣੀਆਂ ਨੇ, ਕਿਸੇ 'ਚ ਪਹਿਲਾਂ ਇਹਨੂੰ ਪਾ ਦੇਣਾ, ਫਿਰ ਇਹਨੂੰ ਪਾ ਦੇਣਾ, ਫਿਰ ਇਹਨੂੰ ਪਾ ਦੇਣਾ। ਕਨਫਿਊਜ਼ ਕਰ ਦਿੰਦੇ ਨੇ ਬੁਰੀ ਤਰ੍ਹਾਂ, ਠੀਕ ਹੈ। ਅਗਲੀ ਗੱਲ ਕਿ ਜਿਹੜਾ ਸਾਡਾ ਸੰਵਿਧਾਨ ਹੈ ਇਹ ਪਾਵਰ ਕਿੱਥੋਂ ਲੈਂਦਾ ਹੈ ਪੂਰੀ ਦੀ ਪੂਰੀ? ਤਾਂ ਪਹਿਲੀ ਲਾਈਨ ਪਤਾ ਸਾਡੇ ਇਹਦੀ ਕੀ ਹੈ? ਵੀ ਦਾ ਪੀਪਲ ਆਫ ਇੰਡੀਆ। ਤਾਂ ਇੰਡੀਆ ਦੇ ਲੋਕਾਂ ਤੋਂ, ਪੀਪਲ ਆਫ ਇੰਡੀਆ ਤੋਂ ਸੰਵਿਧਾਨ ਪੂਰੀ ਤਾਕਤ ਰਿਸੀਵ ਕਰਦਾ ਹੈ। ਤਾਂ ਆਹ ਗੱਲ ਵੀ ਸਾਨੂੰ ਪ੍ਰੀਐਂਬਲ 'ਚੋਂ ਹੀ ਦੇਖਣ ਨੂੰ ਮਿਲਦੀ ਹੈ। ਲਿਬਰਟੀ ਦੀ ਗੱਲ ਕੀਤੀ ਸੀ, ਆਜ਼ਾਦੀ ਦੀ, ਥੋਟ ਦੀ ਲਿਬਰਟੀ ਹੈ, ਠੀਕ ਹੈ ਪਹਿਲੀ। ਫਿਰ ਸਾਨੂੰ ਐਕਸਪ੍ਰੈਸ਼ਨ ਦੀ ਵੀ ਲਿਬਰਟੀ ਹੈ ਪੂਰੀ। ਫਿਰ ਸਾਨੂੰ ਬਿਲੀਫ ਦੀ ਵੀ ਲਿਬਰਟੀ ਹੈ। ਫਿਰ ਸਾਨੂੰ ਫੇਥ ਦੀ ਲਿਬਰਟੀ ਹੈ, ਅਤੇ ਇੱਕ ਹੋਰ ਕਿਹੜੀ ਲਿਬਰਟੀ ਹੈ? ਵਰਸ਼ਿਪ ਦੀ। ਆਹ 5 ਤਰ੍ਹਾਂ ਦੀ ਆਜ਼ਾਦੀ ਦੀ ਗੱਲ ਕੀਤੀ ਗਈ ਹੈ ਕਿ ਕਿਹੜੇ ਕਿਹੜੇ ਤਰ੍ਹਾਂ ਦੀ ਸਾਡੇ ਕੋਲ ਆਜ਼ਾਦੀ ਹੋਊਗੀ। ਇਕੁਐਲਿਟੀ, ਸਟੇਟਸ ਅਤੇ ਓਪਰਚੁਨਿਟੀ ਦੀ, ਠੀਕ ਹੈ, ਇਹ ਵੀ ਮੈਂ ਦੱਸ ਚੁੱਕਿਆ। ਫਰਟਰਨਿਟੀ ਜਿਹੜੀ ਸਾਡੀ ਦੋਸਤਾਵਾਦ ਕਹਿ ਲਓ ਜਾਂ ਫਿਰ ਸਾਂਝ ਹੈ, ਇਹ ਤੁਹਾਡੀ ਇੰਡੀਵਿਜੂਅਲ ਦੀ ਡਿਗਨਿਟੀ 'ਤੇ ਦੂਜੀ ਸਾਡੀ ਦੇਸ਼ ਦੀ ਅਖੰਡਤਾ, ਇੰਟੀਗ੍ਰਿਟੀ ਆਫ ਨੇਸ਼ਨ ਦੇ ਉੱਤੇ ਡਿਪੈਂਡੈਂਟ ਹੈ, ਦੋ ਗੱਲਾਂ ਦੇ ਉੱਤੇ। ਅਤੇ ਜਸਟਿਸ ਆਪਾਂ ਕਰ ਹੀ ਲਿਆ 3 ਤਰ੍ਹਾਂ ਦਾ। ਤਾਂ ਆਹ ਚੀਜ਼ਾਂ ਇਹਦੇ ਵਿੱਚ ਕਲੀਅਰ ਮੈਨਸ਼ਨਡ ਨੇ। ਇਹ ਸਾਰਿਆਂ ਟੋਟਲੀ ਸਵਾਲ ਨੇ, ਇਹ ਜਿਹੜੀਆਂ ਗੱਲਾਂ ਮੈਂ ਤੁਹਾਨੂੰ ਦੱਸ ਰਿਹਾ, ਚੰਗੇ ਪੇਪਰਾਂ ਦੇ ਵੀ, ਛੋਟੇ ਪੇਪਰਾਂ ਦੇ ਵੀ ਸਿੱਧੇ ਸਵਾਲ ਨੇ। ਉਦੋਂ ਬਾਅਦ ਫਿਰ ਇੱਕ ਸਵਾਲ ਬਣਦਾ ਹੁੰਦਾ ਕਿ ਇਹਦੇ ਵਿੱਚ ਜਿਸ ਦਿਨ ਨੂੰ, ਜਿਵੇਂ ਆਪਾਂ ਨੂੰ ਪਤਾ ਕਿ 26 ਨਵੰਬਰ 1949 ਨੂੰ ਸੰਵਿਧਾਨ ਅਡੋਪਟ ਕੀਤਾ ਸੀ ਅਸੀਂ ਨੇ, ਠੀਕ ਹੈ, ਪਰ ਇਹ ਪ੍ਰੀਐਂਬਲ 'ਚ ਕਿਵੇਂ ਲਿਖੀ ਹੋਈ ਹੈ ਡੇਟ? ਪਤਾ ਕਿਵੇਂ ਲਿਖੀ ਹੋਈ ਹੈ? 26th ਡੇ ਆਫ ਨਵੰਬਰ 1949। ਇਹ ਰਾਈਟ ਵੇ ਹੈ ਜਿਵੇਂ ਪ੍ਰੀਐਂਬਲ ਦੇ ਵਿੱਚ ਲਿਖੀ ਹੋਈ ਹੈ, ਅਤੇ ਆਹੀ ਸਾਨੂੰ ਪਤਾ ਹੋਣਾ ਚਾਹੀਦਾ। ਇਹ ਵੀ ਪੇਪਰ ਨੇ ਪੁੱਛ ਰੱਖੀ ਹੈ, ਇਹਦੇ 'ਚ ਲਿਖ ਦੇਣਗੇ 26 ਨਵੰਬਰ 1949, ਜਾਂ ਐਵੇਂ ਉੱਪਰ ਜਿਵੇਂ ਮੈਂ ਲਿਖਿਆ ਐਂ ਆਪਸ਼ਨ ਦੇ ਦੇਣਗੇ ਵੀ ਦੱਸੋ ਪ੍ਰੀਐਂਬਲ 'ਚ ਕਿਵੇਂ ਲਿਖੀ ਹੋਈ ਹੈ, ਤਾਂ ਤੁਹਾਨੂੰ ਦੱਸਣਾ ਪਊਗਾ। ਅਗਲੀ ਗੱਲ, ਇੱਕ ਸਵਾਲ ਬਣਦਾ ਜਸਟਿਸਿਏਬਲ ਨੂੰ ਲੈ ਕੇ, ਕਿ ਜਿਹੜਾ ਇਹ ਤੁਹਾਡਾ ਪ੍ਰੀਐਂਬਲ ਹੈਗਾ ਕੀ ਇਹ ਜਸਟਿਸਿਏਬਲ ਹੈ? ਜਸਟਿਸਿਏਬਲ ਮਤਲਬ ਇਹਦੇ 'ਚ ਲਿਖੀਆਂ ਗੱਲਾਂ ਦੇ ਉੱਤੇ ਜੇ ਤੁਹਾਡੇ ਨਾਲ ਕੋਈ ਧੱਕਾ ਹੁੰਦਾ ਹੈ, ਮਤਲਬ ਜਿਵੇਂ ਇਹ 'ਚ ਲਿਖਿਆ ਕਿ ਤੁਹਾਨੂੰ ਸਮਾਜਿਕ ਨਿਆਂ ਮਿਲਣਾ ਜ਼ਰੂਰੀ ਹੈ ਅਤੇ ਤੁਹਾਨੂੰ ਸਮਾਜਿਕ ਨਿਆਂ ਨਹੀਂ ਮਿਲਿਆ, ਕੀ ਤੁਸੀਂ ਕਿਸੇ ਕੋਰਟ 'ਚ ਜਾ ਸਕਦੇ ਹੋ ਵੀ ਭਾਈ ਪ੍ਰੀਐਂਬਲ 'ਚ ਤਾਂ ਤੁਸੀਂ ਲਿਖੀ ਬੈਠੇ ਹੋ ਕਿ ਸਮਾਜਿਕ ਨਿਆਂ ਦੇਵਾਂਗੇ, ਅਸਲੀ ਲਾਈਫ 'ਚ ਮੈਨੂੰ ਤਾਂ ਮਿਲ ਨਹੀਂ ਰਿਹਾ ਸਮਾਜਿਕ ਨਿਆਂ, ਤਾਂ ਕੀ ਤੁਸੀਂ ਜਾ ਸਕਦੇ ਹੋ ਕਿ ਨਹੀਂ? ਨਹੀਂ ਜਾ ਸਕਦੇ। ਇਹ ਉਹਨੂੰ ਕਹਿੰਦੇ ਅਸੀਂ ਜਸਟਿਸਿਏਬਲ, ਮਤਲਬ ਕੋਰਟ ਦੇ ਵਿੱਚ ਇਹਨਾਂ ਨੂੰ ਘੜੀਸਿਆ ਜਾ ਸਕਦਾ ਕਿ ਨਹੀਂ ਘੜੀਸਿਆ ਜਾ ਸਕਦਾ, ਕਿਸੇ ਬੰਦੇ ਨੂੰ ਇਸ ਗੱਲ ਦੇ ਤਹਿਤ ਕਿਸੇ ਸਰਕਾਰ ਨੂੰ ਨਹੀਂ ਘੜੀਸਿਆ ਜਾ ਸਕਦਾ। ਇਹ ਜਸਟਿਸਿਏਬਲ ਬਿਲਕੁਲ ਨਹੀਂ ਹੈਗੇ, ਠੀਕ ਹੈ। ਤਾਂ ਆਹ ਕੁਛ ਪੁਆਇੰਟ ਨੇ ਜਿਹੜੇ ਸਾਨੂੰ ਬਹੁਤ ਲਾਜ਼ਮੀ ਨੇ। ਬਾਕੀ ਸਵਾਲਾਂ 'ਚ ਤਾਂ ਆਪਾਂ ਦੇਖ ਹੀ ਲਿਆ ਕਿ ਕਿਸ ਕਿਸ ਤਰ੍ਹਾਂ ਦੇ ਸਵਾਲ ਬਣਦੇ ਨੇ। ਤਾਂ ਪ੍ਰੀਐਂਬਲ ਨੂੰ ਲੈ ਕੇ ਮੈਨੂੰ ਨਹੀਂ ਲੱਗਦਾ ਕੋਈ ਪੁਆਇੰਟ ਆਪਣਾ ਰਹਿ ਗਿਆ ਹੋਊਗਾ ਜਿਹੜਾ ਸਕਿਪ ਹੋ ਗਿਆ ਹੋਵੇ। ਇਹ ਤੋਂ ਬਾਹਰ ਪ੍ਰੀਐਂਬਲ ਦਾ ਕੋਈ ਸਵਾਲ ਨਹੀਂ ਬਣ ਸਕਦਾ। ਜਿੰਨੀ ਡਿਟੇਲ 'ਚ ਆਪਾਂ ਨੇ ਦੇਖ ਲਿਆ ਪ੍ਰੀਐਂਬਲ, ਤਾਂ ਪ੍ਰੀਐਂਬਲ 'ਚੋਂ ਸਵਾਲ ਬਣਦੇ ਜ਼ਰੂਰ ਨੇ। ਮੈਂ ਉਮੀਦ ਕਰਦਾ ਕਿ ਹੁਣ ਤੁਹਾਡਾ ਚਾਹੇ PPSC ਦਾ ਪੇਪਰ ਦੇਣ ਜਾਵੋ, ਚਾਹੇ PSSB ਦਾ, ਜਿਹੜੇ ਮਰਜ਼ੀ ਬੋਰਡ ਦਾ ਪੇਪਰ ਦੇਣ ਚਲੇ ਜਾਵੋ, ਚਾਹੇ UPSC ਦਾ ਕੋਈ ਨਾ ਪੇਪਰ ਦੇਣ ਜਾਊਂ, ਤਾਂ ਤੁਹਾਡਾ ਸਵਾਲ ਬਣਨਾ ਚਾਹੀਦਾ, ਸਵਾਲ ਪ੍ਰੀਐਂਬਲ 'ਚੋਂ ਨਹੀਂ ਰਹਿਣਾ ਚਾਹੀਦਾ।
ਸੋ ਆਪਣੀ ਅੱਜ ਦੀ ਡਿਸਕਸ਼ਨ ਇਸ ਲੈਕਚਰ ਦੀ ਨੂੰ ਆਪਾਂ ਇੱਥੇ ਹੀ ਵਾਈਂਡ ਅਪ ਕਰਾਂਗੇ। ਅਗੇਨ ਆਪਣੀ ਐਪ ਨੂੰ ਤੁਸੀਂ ਜਿੰਨੇ ਆਪਣੇ ਆਡੀਅנס ਆ ਡਾਊਨਲੋਡ ਕਰੋ ਇੰਪੈਕਟ ਐਜੂਕੇਸ਼ਨ ਦੀ ਨੂੰ। ਇਹਦੇ ਉੱਤੇ ਤੁਹਾਨੂੰ ਬਹੁਤ ਸਾਰਾ ਡਾਟਾ ਅਵੇਲੇਬਲ ਮਿਲੂਗਾ ਆਉਣ ਵਾਲੇ ਦਿਨਾਂ ਦੇ ਵਿੱਚ। ਕੰਟੀਨਿਊਸਲੀ ਇਹ 'ਤੇ ਕੰਮ ਚੱਲ ਰਿਹਾ, ਟੈਸਟ ਵੀ ਇਹਦੇ ਵਿੱਚ ਅਪਲੋਡ ਹੋ ਰਹੇ ਨੇ ਜਿਹੜੇ ਫ੍ਰੀ ਹੀ ਹੋਣਗੇ, ਕੋਰਸ ਵੀ ਬੜੇ ਨੋਮੀਨਲ ਜੀ ਕਾਸਟ ਦੇ ਉੱਤੇ ਇਹਦੇ ਉੱਤੇ ਅਵੇਲੇਬਲ ਹੋਣਗੇ। ਹਰ ਚੀਜ਼ ਤੁਹਾਨੂੰ ਅਵੇਲੇਬਲ ਹੋਊਗੀ, ਪਰ ਥੋੜ੍ਹਾ ਸਮੇਂ ਦੇ ਨਾਲ ਹੀ ਚੀਜ਼ ਅਵੇਲੇਬਲ ਹੁੰਦੀ ਜਾਊਗੀ ਇਸ ਐਪ ਦੇ ਉੱਤੇ। ਜਿੰਨੇ PDF ਨੇ ਲੈਣਾ ਚਾਹੁੰਦੇ ਹੋ ਪੜ੍ਹਨ ਵਾਸਤੇ, ਰਿਵੀਜ਼ਨ ਵਾਸਤੇ, ਚਾਹੇ ਉਹ ਪੁਰਾਣੇ ਪੰਜਾਬ ਵਾਲੇ ਨੇ ਜਿਹੜੇ ਆਪਣੇ ਪੰਜਾਬ ਦੀ ਸੀਰੀਜ਼ ਸੀ, ਪੰਜਾਬੀ ਵਿਆਕਰਨ ਦੀ ਸੀਰੀਜ਼ ਸੀ, ਜਾਂ ਆਪਣੀ ਇਹ ਪੋਲਿਟੀ ਦੀ ਸੀਰੀਜ਼ ਚੱਲ ਰਹੀ ਹੈ, ਸਾਰੇ ਤੁਹਾਨੂੰ ਇਸ ਐਪ ਦੇ ਉੱਤੇ ਹੀ ਮਿਲਣਗੇ ਜਿਹੜੇ ਫ੍ਰੀ 'ਚ ਅਵੇਲੇਬਲ ਪਏ ਨੇ। ਅਤੇ ਮੈਂ ਹਰ ਵੀਡੀਓ ਦੇ ਵਿੱਚ ਤੁਹਾਨੂੰ ਦੱਸਿਆ ਹੀ ਹੈ ਕਿ ਤੁਸੀਂ ਨੇ ਕਿਸ ਤਰੀਕੇ ਨਾਲ ਡਾਊਨਲੋਡ ਕਰਨੇ ਨੇ। ਪਹਿਲਾਂ ਇੱਥੇ ਕਲਿੱਕ ਕਰਨਾ ਹੈ, ਉਸ ਤੋਂ ਬਾਅਦ ਤੁਸੀਂ ਨੇ ਸਟੱਡੀ ਮਟੀਰੀਅਲ ਦੇ ਵਿੱਚ ਜਾਣਾ ਹੈ। ਤਾਂ ਸਟੱਡੀ ਮਟੀਰੀਅਲ 'ਚ ਜਾਣ ਤੋਂ ਬਾਅਦ ਤੁਹਾਨੂੰ ਵੱਖਰੀਆਂ ਵੱਖਰੀਆਂ ਫਾਈਲਾਂ, ਜਿਵੇਂ ਇੱਕ ਪੰਜਾਬ GK MCQ ਦਾ ਫੋਲਡਰ ਹੋਊ, ਉਹਦੇ ਵਿੱਚ ਤੁਹਾਨੂੰ ਸਾਰੇ ਪੰਜਾਬ ਵਾਲੇ ਕੋਈ PDF ਮਿਲ ਜਾਣਗੇ। ਸਿਮੀਲਰਲੀ ਇੱਕ ਫੋਲਡਰ ਉੱਤੇ ਤੁਹਾਨੂੰ ਦਿਖੂਗਾ ਵਿਆਕਰਨ ਵਾਲਾ, ਠੀਕ ਹੈ, ਪੰਜਾਬੀ ਵਿਆਕਰਨ ਦਾ, ਉੱਥੇ ਵਿਆਕਰਨ ਵਾਲੇ ਮਿਲ ਜਾਣਗੇ। ਪੋਲਿਟੀ ਵਾਲਾ ਤੁਹਾਨੂੰ ਇੱਕ ਫੋਲਡਰ ਮਿਲ ਜਾਣਾ, ਠੀਕ ਹੈ, ਉੱਥੇ ਪੋਲਿਟੀ ਦੇ ਮਿਲ ਜਾਣਗੇ। ਤਾਂ ਇਸ ਤਰੀਕੇ ਨਾਲ ਹੈ ਤੁਸੀਂ ਜਿਹੜਾ ਹੈਗਾ ਕਿ ਇਸ ਐਪ ਨੂੰ ਡਾਊਨਲੋਡ ਕਰਕੇ ਆਪਣੇ PDFs ਲੈ ਸਕਦੇ ਹੋ, ਜਿਨ੍ਹਾਂ ਦਾ ਪ੍ਰਿੰਟ ਵੀ ਤੁਸੀਂ ਕਢਾ ਸਕਦੇ ਹੋ। ਉਸੇ ਪ੍ਰਿੰਟੇਬਲ ਫਾਰਮ ਦੇ ਵਿੱਚ ਉਹ PDF ਹੋਣਗੇ। ਅਤੇ ਬਾਕੀ ਤੁਹਾਡੀ ਕਿਸੇ ਵੀ ਤਰ੍ਹਾਂ ਦੀ ਕੁਐਰੀ ਹੋਵੇ ਤਾਂ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਇਸ ਗਿਵਨ ਨੰਬਰ ਦੇ ਉੱਪਰ। ਬਹੁਤ ਸਾਰੇ ਸਟੂਡੈਂਟਸ ਦੀਆਂ ਕਾਲਸ ਆਉਂਦੀਆਂ ਨੇ, ਬੜਾ ਚੰਗਾ ਲੱਗਦਾ, ਠੀਕ ਹੈ। ਬਹੁਤ ਸਾਰੇ ਬੱਚੇ ਆਪਣੀ ਤਿਆਰੀ ਨੂੰ ਲੈ ਕੇ ਜਿਹੜੇ ਬਿਲਕੁਲ ਇਹੋ ਜਿਹੇ ਬੱਚਿਆਂ ਦੇ ਮੈਨੂੰ ਜ਼ਿਆਦਾਤਰ ਬੜੇ ਫੋਨ ਆਉਂਦੇ ਜਿਹੜੇ ਬਿਲਕੁਲ ਆਪਣੀ ਤਿਆਰੀ ਦੇ ਐਂਡ 'ਤੇ ਖੜ੍ਹੇ ਨੇ, ਮਤਲਬ ਵੀ ਉਹ ਕਿਸੇ ਛੋਟੇ ਮੋਟੇ ਐਰਰ ਕਾਰਨ ਸਿਲੈਕਟ ਨਹੀਂ ਹੋ ਪਾ ਰਹੇ, ਬਿਲਕੁਲ ਨੇੜੇ ਨੇ ਤਿਆਰੀ ਦੇ। ਤਾਂ ਮੈਂ ਆਪਣੀ ਸਮਝ ਮੁਤਾਬਕ ਜਿੰਨੀ ਕੁ ਉਸ ਬੱਚਿਆਂ ਦੀ ਮਦਦ ਕਰ ਸਕਦਾ ਮੈਂ ਜ਼ਰੂਰ ਕਰੂੰਗਾ। ਮੈਂ ਉਹਨਾਂ ਨੂੰ ਗਾਈਡੈਂਸ ਦੇਣ ਦੀ ਕੋਸ਼ਿਸ਼ ਕਰੂੰਗਾ ਕਿ ਸਟਰੈਟਜੀ ਨੂੰ ਕਿਸ ਤਰੀਕੇ ਨਾਲ ਬਦਲਿਆ ਜਾ ਸਕਦਾ ਹੈ। ਆਪਾਂ ਇਹ ਸਟਰੈਟਜੀ ਅਪਣਾ ਕੇ ਦੇਖ ਸਕਦੇ ਹਾਂ, ਹੋ ਸਕਦਾ ਤੁਹਾਡੀ ਇਹ ਸਟਰੈਟਜੀ ਦੇ ਵਿੱਚ ਖਾਮੀ ਹੋਵੇ, ਹੈ ਨਾ। ਆਪਣੀ ਸਮਰੱਥ ਮੁਤਾਬਕ ਮੈਂ ਕੋਸ਼ਿਸ਼ ਕਰਦਾ। ਤਾਂ ਆਪਣੀ ਅੱਜ ਦੀ ਡਿਸਕਸ਼ਨ ਦੇ ਵਿੱਚ ਇੰਨਾ ਹੀ ਹੈ। ਪੇਸ਼ੈਂਸ ਨਾਲ ਸੁਣਿਆ ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਫॉर ਵਾਚਿੰਗ।